ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਗੁਰਜਿੰਦਰ ਜੀ। ਪਰਮਿੰਦਰ ਜੀ, ਬੀਜੇਪੀ ਸਰਕਾਰ, ਬੀਜੇਪੀ ਦੀ ਹਕੂਮਤ ਲਗਾਤਾਰ ਦੇਖੋ ਖਾਸ ਫੋਕਸ ਕਰਕੇ ਚੱਲ ਰਹੇ ਨੇ ਉਹ ਪੰਜਾਬ ਨੂੰ। ਹਾਲਾਂਕਿ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ। ਅੱਜ ਕਾਂਗਰਸ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਜੋ ਉਹ ਭਾਵੇਂ ਪਹਿਲਾਂ ਫੇਰ ਬਦਲ ਹੋਇਆ ਸੀ ਕੈਬਨਿਟ ਦੇ ਵਿੱਚ, ਉਦੋਂ ਤੋਂ ਉਹ ਨਾਰਾਜ਼ ਚੱਲ ਰਹੇ ਸੀ ਜਦੋਂ ਨਵੀਂ ਕੈਬਨਿਟ ਚੁਣੀ ਗਈ ਸੀ। ਛੱਡ ਕੇ ਕਾਂਗਰਸ ਨੂੰ ਉਹ ਬੀਜੇਪੀ ਦੇ ਨਾਲ ਚਲੇ ਗਏ। ਉਹਨਾਂ ਦੇ ਨਾਲ ਸਿਕੰਦਰ ਸਿੰਘ ਮਲੂਕਾ ਦੀ ਗੱਲ ਨਿਕਲ ਕੇ ਆ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਅੱਜ ਹੀ ਬੀਜੇਪੀ ਜੁਆਇਨ ਕਰ ਸਕਦੇ ਨੇ। ਤੇ 26 ਤਰੀਕ ਨੂੰ ਪ੍ਰਾਈਮ ਮਿਨਿਸਟਰ ਦਾ ਪ੍ਰੋਗਰਾਮ ਹੈ ਪੰਜਾਬ 'ਚ। ਉਹਦੇ 'ਚ ਦੋ ਗੱਲਾਂ ਨਿਕਲ ਕੇ ਆ ਰਹੀਆਂ ਕਿ ਇੱਕ ਤਾਂ ਕਿਸਾਨਾਂ ਦੇ ਨਾਲ ਸੰਬੰਧਿਤ ਕੋਈ ਫੈਸਲਾ ਲਿਆ ਜਾ ਸਕਦਾ, ਕਰਜ਼ ਮਾਫੀ ਦਾ ਕੋਈ ਫੈਸਲਾ ਲਿਆ ਜਾ ਸਕਦਾ। ਉਹਨੂੰ ਫਿਰ ਅੱਗੇ ਵੰਡਿਆ ਹੋਇਆ ਕਿ ਇੱਕ ਤਾਂ ਕਿਸਾਨਾਂ ਦੇ ਸਿਰ ਜੋ ਕਰਜ਼ਾ ਉਹ, ਜਾਂ ਇੱਕ ਜੋ ਸ਼੍ਰੋਮਣੀ ਅਕਾਲੀ ਦਲ ਜਾਂਦੇ 31,000 ਕਰੋੜ ਰੁਪਏ ਦੀ ਜੋ ਲਿਮਟ ਸੀ ਉਹਦੇ ਵਿੱਚ ਕੁਛ ਰਹਿਤ ਦੇ ਸਕਦਾ। ਤੇ ਦੂਜੀ ਗੱਲ ਪੰਜਾਬ ਦੀ ਰਾਜਧਾਨੀ, ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੈ। ਹਾਲਾਂਕਿ ਬੜਾ ਲੰਮਾ ਸੰਘਰਸ਼ ਰਿਹਾ ਚੰਡੀਗੜ੍ਹ ਦਾ। ਉਹ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਇਹ ਉਦੋਂ ਨਾਅਰਾ ਚੱਲਦਾ ਹੁੰਦਾ ਸੀ। ਅਤੇ ਬੀਜੇਪੀ ਫਿਰ ਇੱਕ ਵਾਰ ਟੋਕ ਕੇ ਦੇਖਣਾ ਚਾਹੁੰਦੀ ਹੈ ਕਿ ਕਿਹੜੇ ਪਾਸੇ ਤੋਂ ਲੋਕ ਸਾਡੇ ਨਾਲ ਜੁੜਦੇ ਆ। ਭਾਵੇਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਹੁਣ ਰਾਜੇਵਾਲ ਸਾਹਿਬ ਵੀ ਕਹਿੰਦੇ ਨੇ ਜਦੋਂ ਕਾਨੂੰਨ ਵਾਪਸ ਹੀ ਹੋ ਗਏ ਤਾਂ ਫਿਰ ਹੁਣ ਵਿਰੋਧ ਕਾਹਦਾ, ਵਿਰੋਧ ਕਾਨੂੰਨਾਂ ਤੱਕ ਸੀ। ਇਹ ਅੰਦੋਲਨ ਦੇ ਦੌਰਾਨ ਰਾਜੇਵਾਲ ਸਾਹਿਬ ਨੇ ਪਹਿਲਾਂ ਵੀ ਇਹ ਗੱਲ ਕੀਤੀ ਸੀ। ਉਹ ਬੱਬੂ ਮਾਨ ਵੀ ਕਹਿੰਦੇ ਸੀ ਕਿ ਸਾਡੇ ਕਿਸਾਨਾਂ ਦੇ ਜੋ ਮਾਫ ਕਰੂ ਕਰਜ਼ੇ ਉਸ ਨੂੰ ਜਿਤਾਵਾਂਗੇ, ਆਜ਼ਾਦ ਭਾਵੇਂ ਖੜ ਜੇ। ਕੀ ਫਿਰ ਹੁਣ ਬੀਜੇਪੀ ਨੂੰ ਜਿਤਾਉਣਗੇ? ਦੂਜੀ ਖਬਰ, ਬਿਕਰਮ ਸਿੰਘ ਮਜੀਠੀਆ ਤੇ FIR ਦਰਜ ਹੋ ਗਈ। ਜੋ ਕ੍ਰਾਈਮ ਸਟੇਟ ਪੁਲਿਸ ਹੈ ਮੋਹਾਲੀ ਦੀ, ਉਹਨਾਂ ਨੇ NDPS ਐਕਟ ਤਹਿਤ ਉਹਨਾਂ ਖਿਲਾਫ ਹਰਪ੍ਰੀਤ ਸਿੱਧੂ ਦੀ ਸਿੱਟ ਦੇ ਆਧਾਰ ਤੇ FIR ਦਰਜ ਕਰ ਲਈ। ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾ ਰਿਹਾ ਕਿ ਉਹ ਜਾ ਸਕਦੇ ਨੇ ਬੀਜੇਪੀ ਦੇ ਵਿੱਚ। 7 ਦੇ ਵਿੱਚੋਂ ਇੱਕ ਤਾਂ ਸ਼ਾਮਲ ਹੋ ਗਏ ਕਾਂਗਰਸ ਦੇ, 6 ਹੋਰ ਪਿੱਛੇ ਬਚਦੇ ਨੇ ਜੋ ਕੈਬਨਿਟ ਰੈਂਕ ਦੇ ਮੰਤਰੀ ਨੇ, ਉਹ ਵੀ ਸ਼ਾਮਲ ਹੋ ਸਕਦੇ ਨੇ ਬੀਜੇਪੀ ਦੇ ਵਿੱਚ। ਆਖਰ ਬੀਜੇਪੀ ਦਾ ਪੰਜਾਬ ਪਲਾਨ ਕੀ ਆ? ਸਭ ਤੋਂ ਪਹਿਲਾਂ ਤਾਂ ਦੇਖੋ ਗੁਰਜਿੰਦਰ ਜੀ, ਜਿਹੜਾ ਬੀਜੇਪੀ ਨੇ ਸੁਪਨਾ ਦੇਖਿਆ ਸੀ ਨਾ ਕਿ ਹੁਣ ਬੀਜੇਪੀ ਹੀ ਰਾਜ ਕਰੂਗੀ, ਔਰ ਬੀਜੇਪੀ ਦਾ ਹਿੰਦੂਤਵ ਏਜੰਡਾ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨ ਦੀ ਜਿਹੜੀ ਉਹਨਾਂ ਨੇ ਇੱਕ ਕਹਿ ਲਓ ਵੀ ਕੀਤਾ ਸੀ, ਤਾਂ ਆਪਣਾ ਤਹਈਆ ਕੀਤਾ ਸੀਗਾ ਕਿ ਅਸੀਂ ਹਿੰਦੂਤਵੀ ਰਾਜ, ਰਾਸ਼ਟਰਵਾਦ ਜਿਹੜਾ ਉਹਦੀ ਭਾਵਨਾ ਨੂੰ ਨਾਲ ਲੈ ਕੇ, ਹਿੰਦੂਤਵੀ ਰਾਜ ਦਾ ਏਜੰਡਾ ਲੈ ਕੇ ਅਸੀਂ ਹਿੰਦੂ ਧਰਮ ਦੇ ਉੱਤੇ ਗੱਲਾਂ ਕਰਕੇ ਜਾਂ ਮਾਮਲੇ ਉਠਾ ਕੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਜਾਂ ਹਿੰਦੂ ਧਰਮ ਨਾਲ ਸੰਬੰਧਿਤ ਅਸੀਂ ਉੱਥੇ ਰਾਜ ਕਰਨਾ ਹੈ। ਅਤੇ ਉਹ ਅੱਜ ਜਿਹੜੀ ਮਨਸਾ ਜਿਹੜੀ ਹੈਗੀ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਇੱਕ ਗੱਲ। ਦੂਜੀ ਗੱਲ, ਉਹ ਜਦੋਂ ਬੀਜੇਪੀ ਸੱਤਾ 'ਚ ਆਈ ਸੀ ਮੋਦੀ ਨਾਲ, ਮੋਦੀ ਦਾ ਜਿਹੜਾ ਮੋਦੀ ਦਾ ਤਾਂ ਨਹੀਂ ਕਹਿ ਸਕਦੇ ਆਪਾਂ, ਕਹਿ ਲਓ ਕਿ ਇੱਕ ਰਵਾਇਤ ਹੈ, ਇਹ ਰੁਝਾਨ ਕਹਿ ਲਓ ਰਾਜਨੀਤੀ ਦਾ, ਕਿ ਰਾਜਨੀਤੀ ਵਿੱਚ ਜਿਹੜਾ ਸੱਤਾ ਵੀ ਜ਼ਿਆਦਾ ਦੇਰ ਰਹਿਣਾ ਚਾਹੁੰਦਾ ਨਾ, ਸੱਤਾ 'ਚ ਹਕੂਮਤ ਬਰਕਰਾਰ ਰੱਖਣੀ ਚਾਹੁੰਦਾ ਆਪਣਾ, ਉਹ ਇਹ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਪਣੇ ਵਿਰੋਧੀਆਂ ਨੂੰ ਕਮਜ਼ੋਰ ਕਰ ਦਿਓ, ਇੰਨਾ ਕਮਜ਼ੋਰ ਕਰ ਦਿਓ ਕਿ ਉਹ ਸਿਰੇ ਨਾ ਚੱਕਣ, ਚੋਣਾਂ ਲੜਨ ਬਾਰੇ ਸੋਚਣੇ ਨਾ ਲੋਕਤੰਤਰ 'ਚ। ਹਾਲਾਂਕਿ ਤਾਨਾਸ਼ਾਹੀ ਆ, ਪਰ ਹੁਣ ਦੂਜੇ ਦੇਸ਼ਾਂ ਵੱਲ ਧਿਆਨ ਮਾਰ ਕੇ ਦੇਖੋ ਤੁਸੀਂ, ਉੱਥੇ ਵੀ ਲੋਕਤੰਤਰ ਦਾ ਲਗਾਤਾਰ ਗ੍ਰਾਫ ਗਿਰ ਰਿਹਾ ਹੈ ਜੀ। ਇਹ ਨਹੀਂ ਹੈਗਾ ਕਿ ਤੁਸੀਂ ਇਕੱਲੇ ਭਾਰਤ ਦੀ ਗੱਲ ਕਰਦੇ ਹੋ। ਕਾਰਪੋਰੇਟਾਂ ਦੇ ਸਹਾਰੇ ਲੋਕਤੰਤਰ ਨੂੰ ਢਾਹ ਲੱਗ ਰਹੀ ਹੈ, ਤਾਨਾਸ਼ਾਹੀ ਨੂੰ ਲੋਕਤੰਤਰ ਦਾ ਰੂਪ ਦਿੱਤਾ ਜਾਣ ਲੱਗ ਗਿਆ। ਠੀਕ ਹੈ। ਚੀਨ ਵੀ ਕਹਿੰਦਾ ਸਾਡੇ ਤੋਂ ਸਭ ਤੋਂ ਵੱਡਾ ਸਾਡਾ ਲੋਕਤੰਤਰ ਹੈ, ਇੱਕ ਦਲੀ ਹੈ ਜਿਹੜਾ। ਉਹ ਕਹਿੰਦਾ ਅਸੀਂ ਭਾਰਤ ਵਾਂਗੂ ਐਂ ਤਾਂ ਨਹੀਂ ਦਲ ਬਈ ਇੱਕ ਸੱਤਾ 'ਚ ਆ ਗਿਆ, ਦੂਜਾ ਉਤਰ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ, ਇੱਦਾਂ ਸਾਡਾ ਇੱਕ ਹੈ ਅਤੇ ਸਭ ਤੋਂ ਵੱਡਾ ਲੋਕਤੰਤਰ ਸਾਡਾ। ਉਹ ਵੀ ਗੱਲ ਕਰਨ ਲੱਗ ਗਿਆ, ਕਹਿੰਦਾ ਅਸੀਂ ਸਾਡਾ ਹੀ ਲੋਕਤੰਤਰ ਸਭ ਤੋਂ ਵੱਡਾ ਆ। ਠੀਕ ਹੈ। ਰਸ਼ੀਆ ਦੀ ਗੱਲ, ਅਮਰੀਕਾ ਸਭ ਤੋਂ ਵੱਡਾ ਸੀਗਾ, ਉਹ ਵੀ ਦੇਖ ਲਓ ਤੁਸੀਂ ਉੱਥੇ ਕੀ ਹੋਣ ਲੱਗਿਆ ਹੁਣ। ਠੀਕ ਹੈ। ਮਤਲਬ ਕਹਿ ਲਓ ਕਿ ਇੱਕ ਲੋਕਤੰਤਰ ਦਾ ਸਰੂਪ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿ ਲਓ ਉਹਦਾ ਰੂਪ ਕਹਿ ਲਓ, ਉਹ ਬਦਲ ਰਹੇ ਨੇ ਇਹ। ਉਹ ਬੀਜੇਪੀ ਉਸ ਰਾਹ 'ਤੇ ਚੱਲੀ ਹੋਈ ਹੈ ਕਿ ਡਿਕਟੇਟਰਸ਼ਿਪ ਲਿਆਂਦੀ ਜਾਵੇ, ਪਰ ਲੋਕਤੰਤਰ ਦੇ ਰੂਪ 'ਚ ਲਿਆਂਦੀ ਜਾਵੇ। ਲੋਕਤੰਤਰ ਹੀ ਕਹਿਣ ਲੋਕ ਉਹਨੂੰ,
ਆਪਣੇ ਵਿਰੋਧੀਆਂ ਨੂੰ ਕਮਜ਼ੋਰ ਕਰ ਦੋ। ਇਸੇ ਮੁਹਿੰਮ ਦੇ ਤਹਿਤ, ਇਸੇ ਲੜੀ ਦੇ ਤਹਿਤ ਜਿਹੜਾ ਪੰਜਾਬ ਵਾਲੇ ਪਾਸੇ ਰੁੱਖ ਕਰਿਆ ਹੋਇਆ ਬੀਜੇਪੀ ਨੇ, ਤਾਂ ਬੀਜੇਪੀ ਜਿਹੜਾ ਚਾਹੁੰਦੀ ਹੈ ਕਿ ਪੰਜਾਬ ਨੂੰ ਜੋ ਚਾਹੀਦਾ ਫਿਲਹਾਲ ਦੇ ਦਿਓ ਵੋਟਾਂ ਹਾਸਲ ਕਰਨ ਲਈ, ਜੀ ਫਿਲਹਾਲ ਦੇ ਦਿਓ, ਜੋ ਮੰਗਦੇ ਦੇ ਦਿਓ, ਕੋਈ ਗੱਲ ਨਹੀਂ। ਸੱਤਾ 'ਚ ਆਏ ਬਹੁਤ ਕੁਛ, ਜਿਹੜਾ ਹੁਣ 3 ਕਾਨੂੰਨ ਲਾਗੂ ਕਰੇ ਨੇ ਸੱਤਾ 'ਚ ਆਉਣ ਤੋਂ ਬਾਅਦ ਹੀ ਹੋਇਆ ਨਾ, ਬਾਹਰ ਰਹਿ ਕੇ ਥੋੜੀ ਹੋ ਜਾਂਦਾ। ਠੀਕ ਹੈ, ਉਹ ਇੱਕ ਵਾਰ ਸੱਤਾ ਲਓ ਤਾਂ ਸਹੀ, ਪੰਜਾਬ ਦੇ ਵਿੱਚ ਵੀ ਲੈ ਲਓ, ਫਿਰ ਵਿਰੋਧੀਆਂ ਨੂੰ ਕਮਜ਼ੋਰ ਕਰ ਦਿਓ। ਲੋਕਾਂ ਦਾ ਕੀ ਹੈ, ਲੋਕਾਂ ਦਾ ਤਾਂ ਵੋਟ ਪਾਣੀ ਹੈ, ਪਾਈ ਜਾਣਗੇ। ਤੇ ਜਿਹੜਾ ਜਿਸ ਬੰਦੇ ਕੋਲ ਦਮ ਹੋਊਗਾ, ਜਿਸ ਕੋਲ ਪੈਸਾ, ਕਾਰਪੋਰੇਟ ਉਹਨਾਂ ਦੀ ਪਿੱਠ ਤੇ ਖੜੇ ਹੈ, ਤੇ ਉਹਨਾਂ ਨੂੰ ਚੋਣਾਂ ਲੜਨ 'ਚ ਕੀ ਮੁਸ਼ਕਲ ਹੋਣੀ ਹੈ। ਤੇ ਮੈਂ ਤਾਂ ਇਹ ਗੱਲ ਕਹਿੰਦਾ, ਮੈਂ ਪਹਿਲਾਂ ਮਾਫੀ ਵੀ ਮੰਗ ਲੈਣਾ। ਬਹੁਤ ਸਾਰੇ ਲੋਕ ਇਤਰਾਜ਼ ਵੀ ਕਰਨਗੇ, ਕਿਉਂਕਿ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ, ਪਰ ਬਹੁਤਾਤ ਲੋਕਾਂ ਦੀ ਇਦਾਂ ਦੀ ਹੈ ਕਿ ਉਹ ਵਿਕ ਜਾਂਦੇ ਨੇ। ਵੋਟਾਂ ਵੇਲੇ ਵਿਕੇ ਨੇ, ਵਿਕਦੇ ਆਏ ਨੇ, ਤਾਂ ਹੀ ਤਾਂ ਆਹ ਹਾਲ ਹੋਇਆ ਹੋਇਆ ਜੀ। ਆਪਣੀ ਲੁੱਟ ਨੂੰ, ਆਪਣੀ ਕੁੱਟ ਨੂੰ, ਆਪਣੇ ਬੱਚਿਆਂ ਦੇ ਭਵਿੱਖ ਨੂੰ ਦਾਅ ਤੇ ਲਾ ਕੇ ਸ਼ਰੇਆਮ, ਮੈਂ ਕਹਿੰਦਾ ਚਾਹ ਦੇ ਕੱਪ ਪਿੱਛੇ, ਬੋਤਲ ਪਿੱਛੇ, ਪਕੌੜਿਆਂ ਪਿੱਛੇ ਦਸਤਾਰਾਂ ਲੁਹਾਈ ਫਿਰਦੇ ਨੇ। ਉਹਨਾਂ ਤੋਂ ਤੁਸੀਂ ਇਹ ਆਸ ਨਾ ਰੱਖੋ ਕਿ ਉਹ ਨਿਜ਼ਾਮ ਬਦਲ ਦੇਣਗੇ। ਫਿਰ ਦੂਜੀ ਗੱਲ, ਬੀਜੇਪੀ ਦੇ ਮਨ 'ਚ ਇਹ ਵੀ ਹੈ ਨਾ, ਜੇ ਕਾਂਗਰਸ ਨੇ ਅਕਾਲ ਤਖਤ ਸਾਹਿਬ ਨੂੰ ਇਦਾਂ ਤਹਿਸ ਨਹਿਸ ਕਰਿਆ, ਟੈਂਕ ਚੜਾਏ ਦਰਬਾਰ ਸਾਹਿਬ ਤੇ, ਲੱਖਾਂ ਬੇਦੋਸ਼ੀਆਂ ਦਾ ਕਹਿ ਲਓ ਖੂਨ ਨਾਲ ਰੰਗੇ ਹੋਏ ਹੱਥ ਨੇ, ਉਹ ਕਾਂਗਰਸ ਪੰਜਾਬ 'ਚ ਸਰਕਾਰ ਬਣਾ ਸਕਦੀ ਹੈ, ਤਾਂ ਬੀਜੇਪੀ ਕਿਉਂ ਨਹੀਂ ਬਣਾ ਸਕਦੀ? ਲੋਕ ਤਾਂ ਉਹੀ ਨੇ। ਹਾਲਾਂਕਿ ਉਹ ਲੋਕ ਸੀਗੇ ਉਦੋਂ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸੰਤਾਪ ਹੰਢਾਇਆ ਸੀਗਾ, ਹਨਾ, ਉਹਨਾਂ ਨੇ ਵੋਟ ਪਾਈ ਹੈ ਕਾਂਗਰਸ ਨੂੰ। ਫਿਰ ਬੀਜੇਪੀ ਕਿਉਂ ਨਹੀਂ ਆ ਸਕਦੀ? ਬੀਜੇਪੀ ਹਰ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ। ਉਹ ਚਾਹੇ ਕਿਸੇ ਨੂੰ ਪੱਟੇ, ਕਿਸੇ ਨੂੰ ਧੱਕੇ ਨਾਲ ਲਿਆਵੇ, ਕਿਸੇ ਨੂੰ ਲਾਲਚ ਵਸ ਲਿਆਵੇ, ਕਿਸੇ ਨੂੰ ਕੁਰਸੀ ਦਾ ਲਾਲਚ, ਕਿਸੇ ਨੂੰ ਪੈਸੇ ਦਾ ਲਾਲਚ, ਜੋ ਹੁੰਦਾ, ਜੋ ਮੈਂ ਕਹਿੰਦਾ ਸਾਮ ਦਾਮ ਦੰਡ ਭੇਦ ਜਿਹੜਾ ਹੈਗਾ, ਇਹਦਾ ਚਣਕਿਆ ਦੀ ਕਿਹਾ ਜਾਂਦਾ ਨੀਤੀ ਆ, ਉਹ ਹਰ ਵਕਤ ਉਹਨਾਂ ਦੇ ਨਾਲ ਚੱਲਦੀ ਹੈ, ਪੈਰਲਲ ਚੱਲ ਰਹੀ ਹੈ। ਉਹ ਕੁਝ ਵੀ ਕਰਨ, ਪੰਜਾਬ ਦੇ ਵਿੱਚ ਸੱਤਾ ਵਿੱਚ ਆਉਣਗੇ, ਬੀਜੇਪੀ ਆਏਗੀ, ਕਿਸੇ ਤਰੀਕੇ ਨਾਲ ਆਵੇ, ਚਾਹੇ ਆਪਾਂ ਕਹਿ ਦਈਏ ਕਿ ਬਹੁਮਤ ਦੇ ਰੂਪ 'ਚ ਨਾ ਆਵੇ, ਪਰ ਦੂਜੀ ਧਿਰ ਬਣ ਕੇ ਖੜੂਗੀ, ਉਹ ਸਰਕਾਰ ਦੇ ਵਿੱਚ ਖੜੂਗੀ ਕਿ ਅਸੀਂ ਇੱਦਾਂ ਆ। ਜਿੱਥੇ ਤੱਕ ਜ਼ੋਰ ਲੱਗ ਰਿਹਾ ਅੱਜ ਦੀ ਸਥਿਤੀ 'ਚ ਦੇਖੀ ਜਾਵੇ, ਇੱਦਾਂ ਪ੍ਰਤੀਤ ਹੋ ਰਿਹਾ ਇਹ। ਤੇ ਬਾਕੀ ਤਾਂ ਲੋਕਾਂ ਨੇ, ਮੈਂ ਫਿਰ ਉਹੀ ਗੱਲ ਕਰਦਾ ਕਿ ਲੋਕਾਂ ਨੇ ਜੇ ਨਾ ਸੰਭਲੇ, ਲੋਕ ਜੇ ਨਾ ਇਹਨਾਂ ਨੇ ਇਹ ਗੱਲਾਂ ਸਮਝੀਆਂ ਕਿ ਕੀ ਸਾਡੇ ਨਾਲ ਕੀ ਹੋ ਰਿਹਾ, ਸਾਡੇ ਗਲਾਂ ਤੇ ਆਰੇ ਚੱਲ ਰਹੇ ਨੇ ਤੇ ਸਾਨੂੰ ਅਸੀਂ ਆਪਣੇ ਪੈਰਾਂ ਤੇ ਕੁਹਾੜਾ ਮਾਰਨ ਜਾ ਰਹੇ ਹਾਂ, ਫਿਰ ਮੇਰੇ ਖਿਆਲ ਨਾਲ ਸ਼ਾਇਦ ਬਹੁਮਤ ਵੀ ਹਾਸਲ ਕਰ ਲਵੇ। ਇਹ ਵੀ ਨਹੀਂ, ਇਹਦੇ 'ਚ ਦੋ ਰਾਵਾਂ ਨਹੀਂ ਹੈਗੀਆਂ। ਜਿੱਦਾਂ ਇੱਕਦਮ ਦੇਖੋ ਕਿਵੇਂ ਕਿੱਥੇ ਪਿੰਡ ਦੇ ਵਿੱਚ ਕੋਈ ਪੈਰ ਨਹੀਂ ਸੀ ਰੱਖ ਸਕਦਾ ਬੀਜੇਪੀ ਦਾ ਕੈਂਡੀਡੇਟ, ਕਿੱਥੇ 117 ਸੀਟਾਂ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦੇ ਨੇ, ਤੇ ਕਿੱਥੇ ਧੜਾ ਕੀ ਅਕਾਲੀ ਕੀ ਕਾਂਗਰਸੀ, ਬੀਜੇਪੀ ਜੁਆਇਨਿੰਗ। ਅੱਜ ਬੀਜੇਪੀ ਇੰਨੀ ਚੰਗੀ ਕਿਵੇਂ ਹੋਣ ਲੱਗੀ? ਅੱਜ RSS ਕਿਵੇਂ ਚੰਗੀ ਹੋਣ ਲੱਗੀ ਇਹਨਾਂ ਲਈ? ਤੇ ਜੇ ਲੋਕਾਂ ਦਾ ਕੀ ਹੈ, ਤੁਸੀਂ ਖੜੋ ਵੀ ਗੁਰਜਿੰਦਰ ਜੀ ਖੜੇ ਨੇ ਜੀ ਚੋਣਾਂ 'ਚ, ਤਾਂ ਗੁਰਜਿੰਦਰ ਜੀ ਕਰਕੇ ਵੋਟ ਪਾਈ ਆ ਜੀ। ਇਹ ਨਹੀਂ ਦੇਖਦੇ ਵੀ ਇਹਦੇ ਪਿੱਛੇ ਕੌਣ ਆ, ਬਿਲਕੁਲ ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਨੇ, ਉਹਦਾ ਸਾਨੂੰ ਫਾਇਦਾ ਹੈ ਕੀ ਹੈ, ਨੁਕਸਾਨ ਕੀ ਹੈ, ਉਹ ਨਹੀਂ ਚੀਜ਼ ਦੇਖਣੀ। ਉਹ ਬਸ ਇੱਦਾਂ ਵੋਟ ਪਾ ਕੇ ਆਪਣਾ ਮਤਲਬ ਆਪਣੀ ਨਲਾਇਕੀ ਨੂੰ ਕਹਿ ਲਓ, ਜਾਂ ਆਪਣੀ ਅਨਪੜ੍ਹਤਾ ਨੂੰ ਕਹਿ ਦਿਓ, ਜਾਂ ਲਾਪਰਵਾਹੀ ਨੂੰ ਕਹਿ ਦਿਓ, ਭੋਲੇਪਣ ਦਾ ਨਾਂ ਦੇ ਦੇਣਗੇ। ਉਹ ਇੱਦਾਂ ਨਹੀਂ ਹੁੰਦਾ। ਤੁਸੀਂ ਆਪਣੀ ਕਿਸਮਤ ਆਪ ਲਿਖ ਰਹੇ ਹੋ, ਲਿਖੀ ਜਾਓ, ਤੇ ਵੀ ਬਾਅਦ ਵਿੱਚ ਰੌਲਾ ਨਾ ਪਾਇਓ, ਬਾਅਦ ਵਿੱਚ ਨਾ ਰੌਲਾ ਪਾਇਓ। ਬੀਜੇਪੀ ਜਿਹੜੀ ਹੈਗੀ ਆ, ਉਹ ਇਸ ਮੁਹਿੰਮ ਤੇ ਤੁਰੀ ਹੋਈ ਆ ਕਿ ਅਸੀਂ ਵਿਰੋਧੀਆਂ ਨੂੰ ਕਮਜ਼ੋਰ ਕਰ ਦਈਏ। ਲੋਕਾਂ ਨੇ ਤਾਂ ਵੋਟ ਪਾਣੀ ਹੋਈ ਆ, ਲਾਈਨਾਂ 'ਚ ਲੱਗ ਕੇ ਪਾਣੀ ਹੈ, ਔਰ ਪਾਣਗੇ ਵੀ ਜੀ। ਤਾਂ ਇਹ ਇਸ ਮੁਹਿੰਮ ਦੇ ਤਹਿਤ ਹੀ ਸਾਰਾ ਕੁਝ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਜੋ ਵਾਪਰ ਰਿਹਾ, ਉਹ ਸਭ ਕੁਝ ਇਸੇ ਤਹਿਤ ਚੱਲ ਰਿਹਾ ਹੈ। ਕਿ ਜਿਵੇਂ ਹੁਣ ਕਾਂਗਰਸ ਵਾਲੇ ਲੀਡਰ ਸ਼ਾਮਲ ਹੋ ਰਹੇ ਨੇ ਬੀਜੇਪੀ 'ਚ, ਕੀ ਫਿਰ ਇਹਦੇ 'ਚ ਜੋ ਲੀਡ ਰੋਲ ਹੈ ਉਹ ਕੈਪਟਨ ਅਮਰਿੰਦਰ ਸਿੰਘ ਦਾ, ਕਿ ਵਾਇਆ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋ ਰਹੇ ਨੇ? ਉਹ ਨਹੀਂ, ਮੈਂ ਪਹਿਲਾਂ ਹੀ ਕਹਿ ਚੁੱਕਿਆ ਗੁਰਜਿੰਦਰ ਇਹ ਗੱਲ ਕਈ ਪ੍ਰੋਗਰਾਮਾਂ ਦੇ ਵਿੱਚ, ਬੀਜੇਪੀ ਇਕੱਲਾ ਪੰਜਾਬ ਦੇ ਵਿੱਚ ਨਹੀਂ ਕੈਪਟਨ ਅਮਰਿੰਦਰ ਨੂੰ ਲੈ ਕੇ ਜਾਊ। ਕੈਪਟਨ ਅਮਰਿੰਦਰ ਨੂੰ ਪੂਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਲੱਗਦਾ ਹੈ ਕਿ ਕੈਪਟਨ ਦਾ ਚਿਹਰਾ ਕੰਮ ਕਰ ਸਕਦਾ, ਜਿੱਥੇ ਪੰਜਾਬੀ ਬੈਠੇ ਨੇ ਜਾਂ ਬਹੁਤ ਜ਼ਿਆਦਾ ਕਾਂਗਰਸੀ ਨੇ ਜਿਹੜੇ ਸਿੱਖ ਕੌਮ ਨਾਲ ਸੰਬੰਧਿਤ ਨੇ ਜਾਂ ਪੰਜਾਬ ਨਾਲ ਸੰਬੰਧਿਤ ਨੇ, ਉੱਥੇ ਉੱਥੇ ਬੀਜੇਪੀ ਕਾਂਗਰਸ ਦੇ ਵਿਰੁੱਧ ਕੈਪਟਨ ਨੂੰ ਵਰਤੇਗੀ। ਤੇ ਪੰਜਾਬ ਦੇ ਵਿੱਚ ਤਾਂ ਵਰਤੇ ਰਹੀ ਹੈ। ਜੇ ਕਾਂਗਰਸ ਨੂੰ ਸਭ ਤੋਂ ਵੱਡਾ ਖੋਰਾ ਲੱਗਣਾ ਹੈ, ਉਹ ਕੈਪਟਨ ਨੇ ਲਾਉਣਾ। ਇਹ ਸਾਰੇ ਜਦੋਂ ਕੈਪਟਨ ਲਾਂਬੇ ਕਰਤਾ
ਕੀ ਨਵਜੋਤ ਸਿੱਧੂ, ਕੀ ਚੰਨੀ, ਕੀ ਰੰਧਾਵਾ, ਕੀ ਹੋਰ ਸਾਰੇ ਕਿਉਂ ਕੈਪਟਨ ਦੇ ਮਗਰ ਪੈ ਗਏ? ਇਹਨਾਂ ਨੂੰ ਪਤਾ ਹੈ ਕਿ ਕੈਪਟਨ ਇਹ ਨਹੀਂ ਹੈਗਾ ਕੈਪਟਨ ਚੁੱਪ ਕਰਕੇ ਬੈਠੂ। ਕੈਪਟਨ ਨੇ ਨਾਲ ਬਿਆਨ ਕਿਉਂ ਦਿੱਤਾ ਕਿ ਕਾਨੂੰਨ ਰੱਦ ਹੋਣਗੇ, ਬੀਜੇਪੀ ਨਾਲ ਰਲ ਕੇ ਚੋਣਾਂ ਲੜੂ। ਇੱਕਦਮ ਬਿਆਨ ਕਿਵੇਂ ਆ ਗਿਆ? ਅੰਦੋਲਨ ਚੱਲ ਰਿਹਾ ਸੀ ਹਲੇ, ਕੋਈ ਇਦਾਂ ਦੀ ਗੱਲ ਨਹੀਂ ਸੀ। ਤੇ ਉਹ ਚੀਜ਼ ਕੈਪਟਨ ਨੇ ਤਾਂ ਖੋਰਾ ਲਾਉਣਾ ਹੀ ਲਾਉਣਾ ਹੈ। ਕੈਪਟਨ ਦੇ ਨਾਲ ਜਿਹੜੇ ਰਹੇ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰੀ, ਕਿਉਂਕਿ ਦੋਨੋਂ ਜ਼ਿਆਦਾਤਰ ਸੀਐਮ ਰਹੇ ਨੇ ਪੰਜਾਬ ਦੇ ਵਿੱਚ। ਦੂਜੀ ਵਾਰ ਇਹ ਬਣੇ, ਉਸ ਤੋਂ ਪਹਿਲਾਂ 5 ਸਾਲ ਪਹਿਲਾਂ ਰਹੇ, ਤੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ। ਇਹਨਾਂ ਨੇ ਬਹੁਤ ਸਾਰੇ ਵੱਡੇ ਆਫਿਸਰ ਅਧਿਕਾਰੀ ਭਰਤੀ ਕਰੇ ਹੋਏ ਨੇ। ਬਹੁਤ ਸਾਰੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਉਂਗਲ ਫੜ ਕੇ ਤੋਰਿਆ, ਅੱਜ ਆਪਣੇ ਮੁਕਾਮ ਤੇ ਪਹੁੰਚੇ ਹੋਏ ਨੇ ਉਹ। ਬਿਲਕੁਲ ਠੀਕ ਹੈ, ਉਹਨਾਂ ਦੇ ਪਰਿਵਾਰ ਸੈੱਟ ਨੇ, ਤੇ ਉਹ ਇਹਨਾਂ ਤੋਂ ਬਿਨਾਂ ਪੁੱਛੇ ਪੱਤਾ ਵੀ ਨਹੀਂ ਹਿੱਲਦਾ ਉਹਨਾਂ ਦਾ। ਤੇ ਉਹ ਕਿਵੇਂ ਅੱਜ ਕਿਨਾਰਾ ਕਰ ਜਾਣਗੇ? ਇਹ ਤਾਂ ਅਕਾਲੀ ਦਲ ਵੀ ਉਹ ਗੱਲ ਕਰਦਾ ਕਿ ਵੀ ਜੋ ਜਥੇਦਾਰੀ ਕਲਚਰ ਸ਼ੁਰੂ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ, ਭਾਵੇਂ ਸਰਕਾਰ ਕਾਂਗਰਸ ਦੀ ਹੈ ਪਰ ਚੱਲਦੀ ਅੱਜ ਵੀ ਅਕਾਲੀ ਦਲ ਦੀ ਹੈ ਸਰਕਾਰੀ ਮਸ਼ੀਨਰੀ ਦੇ ਵਿੱਚ। ਤੇ ਅਕਾਲੀ ਦਲ ਨਾਲ ਜੁੜੀ ਹੋਈ ਦੂਜੀ ਖਬਰ ਪਰਵਿੰਦਰ ਜੀ, ਵੱਡੀ ਖਬਰ ਹੈ ਕਿ ਸਿਕੰਦਰ ਸਿੰਘ ਮਲੂਕਾ ਉਹ ਵੀ ਬੀਜੇਪੀ 'ਚ ਸ਼ਾਮਲ ਹੋ ਸਕਦੇ ਨੇ। ਹਾਲਾਂਕਿ ਉਹਨਾਂ ਦੀ ਸੀਟ ਅਨਾਉਂਸ ਕਰਤੀ ਸ਼੍ਰੋਮਣੀ ਅਕਾਲੀ ਦਲ ਨੇ। ਉਹ 2 ਸੀਟਾਂ ਮੰਗਦੇ ਸੀ, ਇੱਕ ਮੌੜ ਤੋਂ, ਇੱਕ ਰਾਮਪੁਰਾ ਫੂਲ ਤੋਂ, ਇੱਕ ਜਗਮੀਤ ਬਰਾੜ ਨੂੰ ਦਿੱਤੀ ਗਈ ਹੈ। ਉਸ ਟਸਲਦਿਆਂ ਚੱਲਦਿਆਂ ਕਿ ਸਿਕੰਦਰ ਸਿੰਘ ਮਲੂਕਾ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ, ਹਾਲਾਂਕਿ ਬੜਾ ਨਜ਼ਦੀਕ ਮੰਨਿਆ ਜਾਂਦਾ ਸਿਕੰਦਰ ਸਿੰਘ ਮਲੂਕਾ ਨੂੰ ਬਾਦਲ ਪਰਿਵਾਰ ਦੇ, ਕਿ ਉਹ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਜੁਆਇਨ ਕਰ ਸਕਦੇ ਨੇ। ਦੇਖੋ, ਪਹਿਲਾਂ ਅੱਜ ਦੀ ਜਿਹੜੀ ਗੱਲ ਹੈ ਉਹ ਰਾਣਾ ਗੁਰਮੀਤ ਸੋਢੀ ਚਲੇ ਗਏ, ਬੀਜੇਪੀ 'ਚ ਚਲੇ ਗਏ, ਕਾਂਗਰਸ ਦਾ ਸਾਬਕਾ ਖੇਡ ਮੰਤਰੀ ਰਹੇ ਹੈ, ਤੇ ਨਾਰਾਜ਼ਗੀ ਵੀ ਚੱਲ ਰਹੀ ਸੀ, ਨਵੀਂ ਟੀਮ ਨਾਲ ਚੱਲ ਵੀ ਰਹੀ ਸੀ। ਹਾਲਾਂਕਿ ਟੀਮ ਕਮੇਟੀ 'ਚ ਵੀ ਮੈਂਬਰ ਲੈ ਲਿਆ ਸੀ ਜਾਂ ਜਿੱਦਾਂ ਵੀ ਹੈ, ਪਰ ਆਉਣ ਵਾਲੇ ਦਿਨਾਂ 'ਚ 7-8 ਬੰਦੇ ਹੋਰ ਨੇ ਜਿਹੜੇ ਕਾਂਗਰਸ ਦੇ ਨੇ। ਕਿਹਾ ਜਾ ਰਿਹਾ ਕਿ ਉਹ ਨਾਲ ਦੀ ਨਾਲ ਹੁਣ ਚਾਹੇ ਕੈਪਟਨ ਦੇ ਰਾਹੀਂ ਜਾਂ ਬੀਜੇਪੀ ਰਾਹੀਂ ਕਿਸੇ ਪਾਰਟੀ 'ਚ, ਦੋਨਾਂ 'ਚ ਰਲ ਕੇ, ਕੈਪਟਨ ਦੀ ਪਾਰਟੀ ਤਾਂ ਐ ਫਿਲਹਾਲ ਕੈਪਟਨ ਦੀ ਪਾਰਟੀ ਰਜਿਸਟਰਡ ਨਹੀਂ ਹੋਈ। ਬਿਲਕੁਲ। ਫਿਰ ਉਹ ਤੁਸੀਂ ਮਲੂਕਾ ਦੀ ਗੱਲ ਕਰਦੇ ਹੋ, ਰਾਣਾ ਸੋਢੀ ਚੱਲ ਗਿਆ, ਗੁਰਮੀਤ ਸੋਢੀ ਚੱਲ ਗਿਆ, ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਖਬਰ ਆ ਰਹੀਆਂ ਨੇ ਕਿ ਬੀਜੇਪੀ। ਹਰਜੀਤ ਸਿੰਘ ਗਰੇਵਾਲ ਨੇ ਮੀਡੀਆ 'ਚ ਬਿਆਨ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਹੀ ਸ਼ਾਮਲ ਹੋਣਗੇ। ਬੀਜੇਪੀ ਦਾ ਮੈਂ ਕਹਿੰਦਾ ਸੀਐਮ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੋਣਗੇ ਆਉਣ ਵਾਲੇ ਦਿਨਾਂ 'ਚ, ਜੇ ਇਦਾਂ ਦਾ ਹਾਲਾਤ ਰਹੇ। ਉਹਨਾਂ ਨੇ ਤਾਂ ਆਪਣੀ ਟਰਮ ਪੂਰੀ ਕਰਨੀ ਹੈ। ਉਹਨਾਂ ਨੇ ਸ਼ਰਤ ਹੀ ਰੱਖੀ ਹੋਊਗੀ ਕਿ ਮੈਂ ਬੀਜੇਪੀ ਦਾ ਸੀਐਮ ਚਿਹਰਾ, ਮੈਨੂੰ ਪੰਜਾਬ ਦੇ ਵਿੱਚ ਹੋਰ ਚਾਹੀਦਾ ਵੀ ਕੀ ਹੈ। ਬਿਲਕੁਲ, ਜੇ ਕੈਪਟਨ ਅਮਰਿੰਦਰ ਸਿੰਘ ਨੂੰ, ਬੀਜੇਪੀ ਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਏਡਾ ਵੱਡਾ ਚਿਹਰਾ ਉਹਦਾ ਜਿਹੜਾ 2 ਵਾਰ ਸੀਐਮ ਰਹਿ ਚੁੱਕਿਆ ਹੋਵੇ, ਉਹ ਨਾਲ ਮਿਲ ਜਾਂਦਾ ਕੈਂਡੀਡੇਟ ਦੇ ਰੂਪ 'ਚ ਸੀਐਮ ਦੇ, ਜੁਆਇਨ ਕਰਕੇ ਪਾਰਟੀ, ਤਾਂ ਹੋਰ ਕੀ ਚਾਹੀਦਾ? ਵੱਡੀ ਗੱਲ ਹੈ ਇਹ। ਤੇ ਮਲੂਕਾ ਬਾਰੇ ਜੇ ਗੱਲ ਕਰਦੇ ਤਾਂ ਢੀਂਡਸਾ ਗਰੁੱਪ ਚਲਾ ਗਿਆ, ਬ੍ਰਹਮਪੁਰਾ ਚਲੇ ਗਏ, ਸੇਵਾ ਸਿੰਘ ਸੇਖਵਾਂ ਹੋਣੀ ਚਲੇ ਗਏ, ਤਾਂ ਮਲੂਕਾ ਜਿਹੜਾ ਹੈ ਉਹ ਢੀਂਡਸਾ ਗਰੁੱਪ 'ਚ ਸ਼ਾਇਦ ਨਾ ਜਾਵੇ, ਕਿਉਂਕਿ ਛੋਟੀ ਪਾਰਟੀ ਆ ਤੇ ਇਹਨਾਂ ਦਾ ਅੱਗੇ ਵਧਣਾ ਪਤਾ ਨਹੀਂ ਕਦੋਂ ਵਧਣਾ ਅੱਗੇ। ਤਾਂ ਦੂਜੀ ਗੱਲ ਹੈ, ਉੱਥੇ ਜਾ ਕੇ ਫੇਰ ਗੁਲਾਮੀ ਕਬੂਲ ਕਰਨੀ ਇਹਨਾਂ ਦੀ, ਲੋਕਲ ਲੀਡਰਾਂ ਦੀ, ਜਿਹੜੇ ਉਹਦੇ ਨਾਲ ਰਹੇ ਹੋਣ। ਠੀਕ ਹੈ, ਕੁਲੀਗ ਇਹ ਕਹਿ ਸਕਦੇ ਇੱਕ ਬਰਾਬਰ ਦੇ। ਬਿਲਕੁਲ, ਉੱਥੇ ਜਾ ਕੇ ਫੇਰ ਪ੍ਰਧਾਨ ਦੇ ਅੰਡਰ ਕੰਮ ਕਰਨਾ, ਕਿੱਥੇ ਹਾਈ ਕਮਾਂਡ ਦਿੱਲੀ ਹੋਣੀ, ਉੱਪਰ ਸੁਣਵਾਈ ਹੋਣੀ। ਠੀਕ ਹੈ, ਉਹ ਫਿਰ ਬੀਜੇਪੀ ਜੁਆਇਨ ਕਰਨ ਨੂੰ ਬੈਟਰ ਸਮਝਣਗੇ ਕਿ ਬੀਜੇਪੀ 'ਚ ਜਾਇਆ ਜਾਵੇ। ਤੇ ਬੀਜੇਪੀ ਨਾਲ ਸਮਝੌਤਾ ਇਹ ਕਰ ਰਹੇ ਨੇ, ਤਾਂ ਬੀਜੇਪੀ 'ਚ ਜਾ ਕੇ ਫਾਇਦਾ ਇਹਨਾਂ ਨਾਲ ਰਲ ਕੇ ਫੇਰ ਉਹੀ ਗੱਲ ਅਕਾਲੀ ਦਲ ਵਾਂਗੂ ਥੱਲੇ ਲੱਗਣ ਵਾਲਾ ਕੰਮ ਕਰਨ ਨਾ ਕਰਨ। ਸੋ ਮਲੂਕਾ, ਸਿਕੰਦਰ ਸਿੰਘ ਮਲੂਕਾ ਹੋਰੀ ਵੀ ਜੇ ਫੈਸਲਾ ਲੈ ਰਹੇ ਆ ਤਾਂ ਸਭ ਤੋਂ ਪਹਿਲਾਂ ਤਾਂ ਨਿੱਜਤਾ ਹੈ। ਇਹਨਾਂ ਨੇ ਸਾਰਿਆਂ ਲੀਡਰਾਂ ਨੇ ਨਿੱਜਤਾ ਰੱਖੀ ਹੋਈ ਹੈ ਮੂਹਰੇ। ਇਹ ਇਸ ਕਰਕੇ ਫੈਸਲਾ ਲਿਆ ਜਾ ਰਿਹਾ ਹੈ। ਬੀਜੇਪੀ ਵਾਲੇ ਪਾਸੇ ਦੌੜੇ ਫਿਰਦੇ ਨੇ। ਪਹਿਲਾਂ ਇਹਨਾਂ ਨੂੰ ਆਰਐਸਐਸ ਦਿਖਦੀ ਸੀ, ਆਰਐਸਐਸ ਨਿਆਂ ਕਰਤਾ, ਬੀਜੇਪੀ ਨਿਆਂ ਕਰਤਾ, ਸਿੱਖੀ ਦਾ ਘਾਣ ਕਰਤਾ, ਸਿੱਖੀ ਦੇ ਇਹ ਕਰਤਾ, ਉਹ ਕਰਤਾ। ਅੱਜ ਸਾਰੇ ਬੀਜੇਪੀ ਦੇ ਬੇੜੇ 'ਚ ਸਵਾਰ ਹੋ ਕੇ ਬੀਜੇਪੀ ਦੇ ਗੁਣਗਾਨ ਕਰਨ ਨੂੰ ਤਿਆਰ ਬੈਠੇ ਨੇ। ਪਰ ਜੀ ਪਰਮਿੰਦਰ ਜੀ, ਮੇਰਾ ਇੱਥੇ ਇੱਕ ਸਵਾਲ ਹੈ ਕਿ ਬੀਜੇਪੀ ਰਸਤਾ ਲੱਭ ਰਹੀ ਹੈ ਕਿ ਕਿਵੇਂ ਹੈ ਨਾ ਅਸੀਂ ਸਰਕਾਰ ਬਣਾ ਸਕੀਏ ਪੰਜਾਬ ਦੇ ਵਿੱਚ। ਤੁਸੀਂ ਚਾਣਕਿਆ ਨੀਤੀ ਦਾ ਜ਼ਿਕਰ ਕੀਤਾ ਕਿ ਲੀਡਰਾਂ ਨੂੰ ਆਪਣੇ ਵੱਲ ਕਰਨ ਦੇ ਲਈ ਸਾਮ ਦਾਮ ਡੰਡ ਭੇਦ ਸਾਰਾ ਬੀਜੇਪੀ ਅਪਣਾਊਗੀ, ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਦੇ ਲਈ ਜਿਵੇਂ ਗੱਲ ਚੱਲੀ ਹੋਈ ਕਿ ਤਾਂ ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਦੀ ਉਹ ਗੱਲ ਕਰਦੇ ਨੇ, ਜਾਂ ਫਿਰ ਕਰਜ਼ ਮਾਫੀ ਦਾ ਕਿਸੇ ਵੀ ਤਰ੍ਹਾਂ ਦਾ ਬੀਜੇਪੀ ਕੋਈ ਐਲਾਨ ਕਰ ਸਕਦੀ ਹੈ। ਇੱਕ ਤਾਂ ਜੋ ਪੋਲੀਟੀਕਲ ਕਲਾਸ ਹੈ ਉਹਨੂੰ ਆਪਣੇ ਨਾਲ ਜੋੜਿਆ ਜਾ ਰਿਹਾ, ਤੇ ਦੂਜਾ ਜੋ ਇਹ ਗੱਲਾਂ ਨਿਕਲ ਕੇ ਆ ਰਹੀਆਂ ਕਿ ਕਰਜ਼ ਮਾਫੀ, ਕਿਸਾਨਾਂ ਨੂੰ ਕੋਈ ਰਾਹਤ ਦਿੱਤੀ ਜਾ ਸਕਦੀ ਹੈ ਕਰਜ਼ ਮਾਫੀ ਤੋਂ। ਉਹਦੇ ਬਾਰੇ ਕੀ ਵਿਚਾਰ ਨੇ ਕਿ ਇੱਦਾਂ ਦਾ ਕੁਛ ਨਿਕਲ ਕੇ ਆ ਸਕਦਾ ਕਰਜ਼ ਮਾਫੀ ਸੰਬੰਧੀ ਜਾਂ ਚੰਡੀਗੜ੍ਹ ਸੰਬੰਧੀ? ਦੇਖੋ, ਪਹਿਲੀ ਤਾਂ ਗੱਲ ਜਿਹੜੀ ਤੁਸੀਂ ਕੀ ਸਾਮਦਾਮ ਡੰਦ ਭੇਦ ਵਾਲੀ, ਉਹਦਾ ਮੈਂ ਇੱਕ ਥੋੜ੍ਹੀ ਜਿਹੀ ਹੋਰ ਗੱਲ ਕਲੀਅਰ ਕਰਦਾ। ਪੰਜਾਬ ਦੇ ਵਿੱਚ ਵੀ ਲਾਗੂ ਆ, ਉਹ ਸਾਰਿਆਂ ਨੂੰ ਦੱਸਿਆ ਜਾ ਰਿਹਾ ਹੈ ਵੀ ਆ ਜਾਓ, ਹੁਣ ਮੌਕਾ ਆ।
ਠੀਕ ਹੈ। ਦੂਜੇ ਪਾਸੇ ਤੁਸੀਂ ਦੇਖੋ ਵੀ ਜਦੋਂ ਸਮਾਜਵਾਦੀ ਪਾਰਟੀ ਵਾਲੇ ਪਾਸੇ ਉਧਰ ਈਡੀ ਦੀਆਂ ਰੇਡਾਂ ਪੈਣ ਲੱਗੀਆਂ ਨੇ ਤਾਂ ਯਾਦਵ ਹੋਰਾਂ ਨੇ ਇੱਕਦਮ ਮੋਹਨ ਭਾਗਵਤ ਨਾਲ ਮੀਟਿੰਗ ਵੀ ਕਰ ਲਈ ਰਾਤੋਂ ਰਾਤ ਜਾ ਕੇ ਜੀ। ਠੀਕ ਹੈ। ਉਹਦਾ ਕਾਰਨ ਵੀ ਦੇਖੋ ਤੁਸੀਂ, ਰਾਜਨੀਤਿਕ ਬਹੁਤ ਸਾਰੇ ਕਾਰਨ ਨਿਕਲਦੇ ਨੇ, ਐਵੇਂ ਨਹੀਂ ਪੂਰੇ ਦੇਸ਼ ਦੇ ਵਿੱਚ ਐਵੇਂ ਨਹੀਂ ਸਭ ਕੁਝ ਚੱਲ ਰਿਹਾ, ਈਡੀ ਦੀਆਂ ਰੇਡਾਂ ਇਹ ਉਹ ਸਾਰਾ ਕੁਝ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਸਟਮ ਜਿਹੜਾ ਹੁੰਦਾ, ਸਿਸਟਮ ਹੱਥ 'ਚ ਹੈ, ਕੁਝ ਵੀ ਕਰਵਾ ਸਕਦੇ ਆ। ਉਸੇ ਚੀਜ਼ ਦਾ ਡਰ ਪੈ ਜਿਹੜਾ ਹੈਗਾ, ਇਹ ਕਿਹੜਾ ਪਾਕ ਸਾਫ ਨੇ ਵੀ ਬਹੁਤ ਸਾਰਾ ਇਹਨਾਂ ਨੇ ਬਿਲਕੁਲ ਆਪਾਂ ਕਹਿ ਲਓ ਕਿ ਨਿਆਂ ਕੀਤਾ, ਇਨਸਾਫ ਹੀ ਕੀਤਾ, ਸਾਰਿਆਂ ਨੇ ਹੱਥ ਰੰਗੇ ਹੋਏ ਨੇ। ਨਹੀਂ ਬਿਲਕੁਲ, ਇਸ ਕਰਕੇ ਸਭ ਭੱਜੇ ਜਾ ਰਹੇ ਨੇ। ਉਹ ਸਾਮ ਦਾਮ ਦੰਡ ਭੇਦ ਇੱਥੇ ਹੀ ਲਾਗੂ ਹੋ ਰਿਹਾ, ਇਹ ਸਭ ਜਾ ਰਹੇ ਨੇ, ਇਸੇ ਕਰਕੇ ਜਾ ਰਹੇ ਨੇ। ਨਿੱਜੀ ਲਾਭ ਵੀ ਮਿਲ ਰਿਹਾ, ਦੂਜਾ ਜਿਹੜੇ ਪਰਚੇ ਦਰਜ ਹੋਣੇ ਨੇ ਜਾਂ ਖਤਰਾ ਪੈਦਾ ਹੋਣਾ ਕਿਸੇ ਕਿਸਮ ਦਾ, ਉਹ ਸਾਰੇ ਤੋਂ ਬਚਣਾ, ਸੇਫ ਰਹਿਣਾ। ਕੋਈ ਜੁਆਇਨ ਕਰ ਜੋ, ਦੇਖੀ ਜਾਓ ਕੱਲ ਨੂੰ ਕੀ ਹੁੰਦਾ। ਠੀਕ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਲੋਕਾਂ ਨੂੰ ਭਰਮਾਉਣ ਵਾਸਤੇ, ਲੋਕਾਂ ਨੂੰ ਤਾਂ ਜਿਵੇਂ ਸ਼ੁਰੂਆਤ ਮੈਂ ਗੱਲ ਕੀਤੀ ਕਿ ਜੋ ਮੰਗਦੇ ਨੇ ਦੇ ਦਿਓ ਅੱਜ ਦੀ ਘੜੀ, ਉਹੀ ਕੰਮ ਕਰ ਰਹੇ ਆ ਨਾ ਬੀਜੇਪੀ ਵਾਲੇ। ਕਾਨੂੰਨ ਰੱਦ ਕਰਨ ਨੂੰ ਕਿਆ ਹੋਊਗੇ, ਉਹ ਤੋਂ ਬਾਅਦ ਦੇਖਾਂਗੇ ਨਵੀਂ ਪਾਲਿਸੀ ਕੀ ਲਿਆਉਣੀ ਹੈ, ਕਿਵੇਂ ਲਿਆਉਣੀ ਹੈ, ਕਿਵੇਂ ਗਲ ਫੜਨਾ ਹੈ, ਕਿਵੇਂ ਸੰਗੀਤ ਘੁੱਟਣੀ ਹੈ, ਉਹ ਦੇਖਣਾ ਹੈ, ਉਹ ਹਲੇ ਦੇਖਣਾ ਹੈ। ਉਹ ਪਹਿਲਾਂ ਹੁਣ ਸੱਤਾ ਹਥਿਆਰੀ ਹੈ, ਇੱਥੇ ਵੀ ਸੱਤਾ ਹਥਿਆਰੀ ਹੈ, ਹਰਿਆਣੇ 'ਚ ਵੀ ਹੋਵੇ, ਰਾਜਸਥਾਨ 'ਚ ਵੀ ਹੋਵੇ, ਗੁਜਰਾਤ 'ਚ ਵੀ ਹੋਵੇ, ਯੂਪੀ 'ਚ ਵੀ ਹੋਵੇ। ਯੂਪੀ 'ਚ ਮੁਫਤ ਰਾਸ਼ਨ ਦੀਆਂ ਤੁਸੀਂ ਦੇਖ ਰਹੇ ਹੋਗੇ, ਵੱਡਾ ਉਹ ਪੈਕਟ ਵੰਡੇ ਜਾ ਰਹੇ ਨੇ, ਘਿਓ ਚਾਵਲ ਜੇ ਉਹ। ਤੇ ਉਹ ਜਿਵੇਂ ਵੀ ਹੈਗਾ, ਮਤਲਬ ਇਹ ਘੇਰਿਆ ਜਾ ਰਿਹਾ ਹੈ, ਕੱਲ ਨੂੰ ਦਿੱਲੀ ਵਾਲੇ ਪਾਸੇ ਨੂੰ ਕੋਈ ਕੂਚ ਨਾ ਕਰ ਸਕੇ। ਠੀਕ ਹੈ। ਤੇ ਦੂਜੇ ਪਾਸੇ ਜਿਹੜੇ ਲਾਲਚ ਨੇ, ਤੁਸੀਂ ਗੱਲ ਕਰਦੇ ਹੋ ਚੰਡੀਗੜ੍ਹ ਦੀ, ਚੰਡੀਗੜ੍ਹ ਵੀ ਦੇ ਸਕਦੇ ਪੰਜਾਬ ਨੂੰ, ਕੋਈ ਨਾ ਵਾਸਤੇ ਵੱਡੀ ਗੱਲ ਨਹੀਂ। ਚੰਡੀਗੜ੍ਹ ਤਾਂ ਪੰਜਾਬ ਕੋਲ ਤਾਂ ਵੈਸੇ ਹੀ ਕਰਜ਼ਾ ਬਥੇਰਾ ਚੜਿਆ, ਪੰਜਾਬ ਕੋਲ ਤਾਂ PGI ਦਾ ਖਰਚ ਨਹੀਂ ਚੱਕਿਆ ਜਾਣਾ। ਬਿਲਕੁਲ। ਤੇ ਇਹ ਗੱਲਾਂ ਤਾਂ ਚਲੋ ਕਰਦੇ ਨੇ, ਸਾਰੇ ਕਰੀ ਜਾਣ ਦੋ, ਦੇ ਸਕਦੇ ਨੇ, ਅਨਾਉਂਸਮੈਂਟ ਕਰ ਸਕਦੇ ਨੇ, ਦੇਣ ਨੂੰ ਪਤਾ ਨਹੀਂ ਕਦੋਂ ਦੇਣਾ, ਵੱਖਰੀ ਗੱਲ, ਨੋਟੀਫਾਈ ਪਤਾ ਨਹੀਂ ਕਦੋਂ ਹੋਣਾ। ਹਾਂ, ਉਹ ਵੱਖਰੀ ਗੱਲ ਹੈ। ਕਰਜ਼ਾ ਮਾਫ ਕਰ ਸਕਦੇ ਨੇ, ਕਰਜ਼ਾ ਨਹੀਂ ਤਾਂ ਵਿਆਜ ਹੀ ਮਾਫ ਕਰ ਸਕਦੇ ਨੇ। ਠੀਕ ਹੈ। ਸੱਤਾ 'ਚ ਆਉਣ ਤੋਂ ਬਾਅਦ ਕਹਿ ਸਕਦੇ ਨੇ ਕਰਜ਼ੇ ਤੇ ਲੀਕ ਮਾਰ ਦਾਂਗੇ, ਪੰਜਾਬ ਦਾ ਕੋਈ ਹੋਰ ਕਿਸੇ ਤਰੀਕੇ ਨਾਲ ਜੋ ਮੰਗਦੇ ਨੇ। ਫਿਲਹਾਲ ਤਾਂ BJP ਰਾਹ ਤੇ ਹੈ ਨਾ ਕਿ ਜੋ ਇਹ ਮੰਗਦੇ ਨੇ ਇੱਕ ਵਾਰ ਅਨਾਉਂਸ ਕਰੋ, ਸੱਤਾ ਚਾਓ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਫਿਰ ਉਹ ਮੀਟਿੰਗ ਤਾਂ ਮੁਲਾਕਾਤ ਹੋਈ ਹੋਣੀ ਕਿ ਵੀ ਪੰਜਾਬ ਦੇ ਲੋਕਾਂ ਨੇ ਅਸੀਂ ਕੀ ਕਰ ਸਕਦੇ ਹਾਂ। ਕੈਪਟਨ ਸਾਹਿਬ ਨੇ ਦੱਸਿਆ ਹੋਣਾ ਕਾਗਜ਼ ਤੇ ਡਰਾ ਬਣਾ ਕੇ ਕਿ ਆਹ ਕਰੋ ਜੇਕਰ ਸਰਕਾਰ ਬਣਾਉਣੀ ਹੈ ਤਾਂ। ਦੇਖੋ ਅੱਜ ਦੇ ਅਖਬਾਰ ਦੇ ਵਿੱਚ ਇੱਕ ਬਿਆਨ ਛਪਿਆ ਹੋਇਆ ਅਸ਼ਵਨੀ ਉਹਨਾਂ ਦਾ BJP ਦੇ, ਉਹ ਕਹਿੰਦੇ ਕਿ ਸਭ ਤੋਂ ਪਹਿਲਾ ਜਿਹੜਾ ਹੱਕ ਹੈ ਚੰਡੀਗੜ੍ਹ ਤੇ ਪੰਜਾਬ ਦਾ ਹੈ। ਐਵੇਂ ਨਹੀਂ ਕਿਹਾ ਜਾ ਰਿਹਾ, ਜਿਵੇਂ ਕੈਪਟਨ ਨੇ ਪਹਿਲਾਂ ਕਿਹਾ ਸੀ ਕਿ ਕਾਨੂੰਨ ਰੱਦ ਹੋਣਗੇ ਤਾਂ ਉੱਥੋਂ ਪ੍ਰੋਸੈਸ ਚੱਲ ਗਿਆ ਸੀ। ਮੈਂ ਵੀ ਪਹਿਲਾਂ ਹੀ ਗੱਲ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜੀਆਂ ਸਾਰਾ ਕੁਝ ਦੱਸ ਰਿਹਾ ਕਿ ਕਿਹਨੂੰ ਕਿੱਥੋਂ ਫੜਨਾ ਹੈ। ਹਾਂ ਬਿਲਕੁਲ, ਉਹ ਚੀਜ਼ ਇਹ ਨੱਪਦੇ ਚਲੇ ਜਾ ਰਹੇ ਨੇ। ਇਹ ਸਾਰਾ ਕੁਝ ਕੈਪਟਨ ਜਿਹੜਾ ਦੱਸਦਾ ਹੈ ਕਿ BJP ਨੂੰ ਅੱਜ ਦਾ ਖਿਡਾਰੀ ਨਹੀਂ ਹੈ। ਕੈਪਟਨ ਨੂੰ ਲਾਈਟਲੀ ਜਿਹੜੇ ਲੋਕ ਲੈਂਦੇ ਨੇ ਨਾ, ਕੈਪਟਨ ਦੀ ਜ਼ਮਾਨਤ ਜ਼ਬਤ ਹੋ ਜੂ, ਫਲਾਣਾ ਹੋ ਜਾਵੇ, ਯਾਨੀ ਕਿ ਪੰਜਾਬ ਦਾ ਪ੍ਰਸ਼ਾਂਤ ਕਿਸ਼ੋਰ BJP ਲਈ ਕੈਪਟਨ ਅਮਰਿੰਦਰ ਸਿੰਘ ਬਣ ਕੇ ਆਇਆ। ਉਹ ਅੱਜ ਦੀ ਪੋਲੀਟਿਕਸ ਦੇ ਵਿੱਚ ਥੋੜੀ ਹੈ, ਕਦੋਂ ਦਾ ਹੈ, ਉਹਨੂੰ ਪਤਾ ਹੈ ਕਿੱਥੇ ਕਿਹਨੇ ਕੀ ਕੀਤਾ। ਇਹ ਲੋਕ ਨਹੀਂ ਨਾ ਸਮਝਦੇ। ਹੁਣ ਲੋਕ ਤਾਂ ਐ ਵੀ ਉਹਨਾਂ ਨੇ ਤਾਂ ਘਰ ਤੋਂ ਡਿਊਟੀ ਤੇ ਜਾਂ ਮਜ਼ਦੂਰੀ ਤੇ ਜਾਂ ਖੇਤਾਂ ਦੇ ਵਿੱਚ ਜਾ ਕੇ ਘਰ ਨੂੰ ਮੁੜ ਕੇ ਆ ਕੇ ਰੋਟੀ ਖਾ ਕੇ ਸੌ ਜਾਣਾ। ਇਹਨਾਂ ਨੇ ਤਾਂ ਬਿਜ਼ਨਸ ਚਲਾਉਣੇ ਹੁੰਦੇ ਨੇ, ਪੋਲੀਟੀਸ਼ੀਅਨਾਂ ਨੇ ਤਾਂ ਸਮਗਲਰ ਨੇ, ਮਾਫੀਏ ਨੇ, ਕਿਹਨਾਂ ਦੇ, ਆਮ ਲੋਕਾਂ ਦੇ ਥੋੜੀ ਨੇ। ਬਿਲਕੁਲ ਇਹਨਾਂ ਦੇ ਨੇ। ਇਹਨਾਂ ਨੂੰ ਪਤਾ ਹੈ ਕਿੱਥੇ, ਕੈਪਟਨ ਅਮਰਿੰਦਰ ਸਿੰਘ ਨੂੰ ਸਭ ਦਾ ਪਤਾ ਕਿੱਥੇ ਕਿਹਨੇ ਰੰਗੇ ਹੋਏ ਨੇ ਹੱਥ। ਬਿਲਕੁਲ। ਤੇ ਉਹਨੂੰ ਫੜਨਾ ਕਿਵੇਂ ਨੇੜੇ ਲਾਉਣਾ, ਕਿਵੇਂ ਖੇਮੇ 'ਚ ਲਿਆਉਣਾ। ਤੁਸੀਂ ਇੱਕ ਗੱਲ ਹੋਰ ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ, ਤੁਸੀਂ ਜੋ ਨਵਾਂ ਕੰਮ ਸ਼ੁਰੂ ਕੀਤਾ, MLA ਦੇ ਨਾਲ ਫੋਟੋ ਲਾ ਕੇ ਉੱਤੇ ਲਿਖਿਆ ਹੁੰਦਾ ਕਿ MLA ਸਾਹਿਬ ਦਿਓ ਜਵਾਬ। ਇਕੱਲੇ ਹਲਕੇ ਦੇ ਨੂੰ ਉਹ ਭੇਜ ਰਹੇ ਨੇ, ਜੋ ਉਹਨਾਂ ਦੇ ਵਿਰੋਧੀ ਨੇ ਉੱਥੇ ਸਾਰੇ ਫੰਡ ਲਿਖੇ ਹੋਏ ਨੇ ਕਿ ਇੰਨੇ ਕਰੋੜ ਤੁਹਾਨੂੰ ਦਿੱਤਾ, ਤੁਸੀਂ ਜਵਾਬ ਦਿਓ, ਪੈਸੇ ਤੁਸੀਂ ਕਿੱਥੇ ਲਾਏ। ਉਹੀ ਗੱਲ ਹੈ। ਉਹਨਾਂ ਨੂੰ ਸਭ ਪਤਾ ਹੈ ਕਿ ਕਿੱਥੇ ਕੀ। ਇੱਕ CM ਨੂੰ ਇੱਕ ਸਟੇਟ ਦਾ ਪਤਾ ਨਹੀਂ ਹੋਊਗਾ। 10-15 ਮਿੰਟਾਂ ਦੇ ਵਿੱਚ ਲਿਸਟਾਂ ਬਣ ਕੇ ਸਾਰਾ ਕੁਝ ਆ ਜਾਂਦਾ ਹੈ। ਜਦੋਂ ਇਹਨਾਂ ਨੂੰ ਪਤਾ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਵੀ ਸਿੱਧੂ ਬੋਲਣ ਲੱਗ ਗਿਆ ਹੁਣ ਮੇਰੇ ਵਾਸਤੇ ਖਤਰਾ ਪੈਦਾ ਹੋ ਰਿਹਾ, ਸਾਰਾ ਕੁਝ ਲੈ ਲਿਆ ਹੋਊਗਾ, ਸਾਰੇ ਅੰਕੜੇ ਚੱਕ ਲਏ ਹੋਣਗੇ, ਕਿੱਥੇ ਕੀ ਗਿਆ। ਸਾਈਨ ਤਾਂ ਇੱਥੋਂ ਹੀ ਹੁੰਦੇ ਨੇ, ਫੰਡ ਤਾਂ ਇੱਥੋਂ ਹੀ ਰਿਲੀਜ਼ ਹੁੰਦੇ ਨੇ। ਇਹਨਾਂ ਤੋਂ ਬਿਨਾਂ ਕਿਵੇਂ ਫੰਡ ਰਿਲੀਜ਼ ਹੋ ਜਾਊਗਾ ਕੋਈ। ਉਹ ਸਭ ਪਤਾ ਹੈ ਕਿ ਕਿਹਨੇ ਕੀ ਕੀਤਾ, ਕਿਹਨੇ ਨਹੀਂ ਕੀਤਾ। ਸੋ ਜਾਣੀ ਕਿ ਜਿਹੜੀ ਪੈੜ ਨੱਪੀ ਜਾ ਰਹੀ ਹੈ ਇਹ, ਜਾਂ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚੋਂ ਬੰਦੇ ਪੱਟ ਕੇ ਉੱਧਰ ਜਾ ਰਹੇ ਨੇ, ਚਾਹੇ ਉਹ ਕੈਪਟਨ ਦੇ ਖੇਮੇ 'ਚ ਆਉਣ, ਚਾਹੇ ਉਹ BJP 'ਚ ਜਾਣ, ਉਹ ਸਾਰਾ ਕੁਝ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਰੋਲ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ ਜ਼ਰੂਰ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਾਰਨ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਦੋ ਨੇ ਜੋ ਪੋਲੀਟੀਕਲ ਵਰਕ ਕਰਨ ਨੂੰ ਮਜਬੂਰ ਕਰਦੇ ਨੇ। ਇੱਕ ਤਾਂ ਸੱਤਾ,
ਦਿਖਦੀ ਹੈ ਜੇਕਰ ਸਰਕਾਰ ਬਣਦੀ ਹੈ। ਤੇ ਦੂਜਾ ਜੋ ਆਪਣੇ ਹੀ ਵਿਰੋਧੀ ਹੋ ਗਏ ਸੀ ਕਾਂਗਰਸ ਦੇ, ਜਿਨ੍ਹਾਂ ਨੇ ਸੀਐਮਸ਼ਿਪ ਖੋਲੀ ਸੀ, ਮੁੱਖ ਮੰਤਰੀ ਦੀ ਕੁਰਸੀ ਖੋਲੀ ਸੀ, ਜਿਨ੍ਹਾਂ ਨੇ ਦੋ ਕਾਰਨ ਨੇ, ਬੜੇ ਵੱਡੇ ਕਾਰਨ ਨੇ ਕੈਪਟਨ ਦੇਖੋ ਸਾਹਿਬ ਕੋਲੇ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਤਾਂ ਭਰੋਸਾ ਸੀਗਾ ਨਾ ਸੋਨੀਆ ਗਾਂਧੀ ਤੇ, ਕਿ ਸੋਨੀਆ ਬਹੁਤ ਨੇੜੇ ਹੈ ਕੈਪਟਨ ਪਰਿਵਾਰ ਦੇ, ਸੋਨੀਆ ਪਰਿਵਾਰ ਦੇ ਕੈਪਟਨ ਪਰਿਵਾਰ ਬਹੁਤ ਨੇੜੇ ਆ, ਤੇ ਇਦਾਂ ਦਾ ਸੁਪਨਾ ਵੀ ਨਹੀਂ ਲਿਆ ਹੋਊਗਾ ਕਿ ਉਹਨੂੰ ਸੀਐਮਸ਼ਿਪ ਤੋਂ ਇਦਾਂ ਹੱਥ ਧੋਣੇ ਪੈਣਗੇ, ਜ਼ਲੀਲ ਕਰਕੇ ਕੱਢਿਆ ਜਾਊ। ਉਸ ਚੀਜ਼ ਦਾ ਜਿਹੜਾ ਹੈਗਾ ਉਹ ਆਪਣੀ ਤਾਕਤ ਵੀ ਦਿਖਾਉਣਾ ਚਾਹੁੰਦੇ ਨੇ ਤੇ ਬਦਲਾ ਵੀ ਲੈਣਾ ਚਾਹੁੰਦੇ ਨੇ। ਔਰ ਖਾਸ ਕਰ ਨਵਜੋਤ ਸਿੱਧੂ ਜਾਂ ਚਰਨਜੀਤ ਚੰਨੀ ਜਾਂ ਸੁਖੀ ਰੰਧਾਵਾ ਵਰਗੇ ਬੰਦੇ ਜਿਹੜੇ ਬਹੁਤ ਜ਼ਿਆਦਾ ਵਿਰੋਧ ਕਰਕੇ ਜਿਨ੍ਹਾਂ ਨੇ ਰੋਲ ਅਦਾ ਕੀਤਾ ਕੈਪਟਨ ਨੂੰ ਪਾਸੇ ਕਰਨ ਦੇ ਵਿੱਚ, ਤੇ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਨੇ ਕਿ ਇਦਾਂ ਪਾਵਰ ਦੇ ਵਿੱਚ ਆਇਆ ਜਾਂਦਾ। ਜੇ ਪਾਵਰ ਵਿੱਚ ਆਉਣਗੇ ਤਾਂ ਖਤਰਾ ਇਹਨਾਂ ਦੇ ਲਈ ਵੀ ਬਹੁਤ ਵੱਡਾ ਆ। ਜਿਹੜੇ ਅੱਜ ਕਾਂਗਰਸੀ ਨਵੀਂ ਲੀਡਰਸ਼ਿਪ ਤਿਆਰ ਹੋਈ ਆ, ਨਵੀਂ ਲੀਡਰਸ਼ਿਪ ਤਾਂ ਕਹਿੰਦੀ ਸੀ ਕਿ ਵੀ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਪੋਲੀਟੀਕਲ ਰਾਜਨੀਤਿਕ ਸਫ਼ਰ ਹੈ ਜੋ ਤੇ ਕਰੀਅਰ ਹੈ ਉਹ ਖਤਮ ਹੈ। ਮੈਂ ਉਹੀ ਗੱਲ ਕਰਦਾ ਵੀ ਜੇ ਖਤਮ ਹੈ ਤੁਹਾਨੂੰ ਕਿਸ ਚੀਜ਼ ਦਾ ਡਰ ਹੈ? ਕੋਈ ਕਹਿ ਦਿੰਦਾ ਸਲਾਹ ਦੇ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਿਟਾਇਰਮੈਂਟ ਲੈ ਕੇ ਘਰੇ ਆਰਾਮ ਕਰਨਾ ਚਾਹੀਦਾ। ਆਰਾਮ ਕਰੇ ਨਾ ਕਰੇ, ਜਦੋਂ ਤੁਸੀਂ ਲਾਂਭਾ ਹੀ ਕਰਤਾ, ਜਦੋਂ ਕਿਸੇ ਨੂੰ ਘਰੋਂ ਕੱਢ ਹੀ ਦਿਆ, ਉਹ ਜੋ ਮਰਜ਼ੀ ਕਰੇ। ਪਰ ਇਹ ਗੱਲਾਂ ਉਦੋਂ ਕਹਿੰਦੇ ਸੀ ਜਦੋਂ ਨਵੇਂ ਕੁਰਸੀ ਤੋਂ ਲਾਹੇ ਗਏ ਸੀ, ਹੁਣ ਨਹੀਂ ਕਹਿੰਦੇ। ਹੁਣ ਕੱਲ ਬਿਆਨ ਫੇਰ ਆਇਆ ਹੋਇਆ ਹੈ, ਮੈਂ ਪੜ੍ਹ ਰਿਹਾ ਸੀ ਕਿਸੇ ਮੰਤਰੀ ਦਾ। ਆਪਾਂ ਚਲੋ ਇਸ ਗੱਲ 'ਚ ਨਹੀਂ, ਇਹ ਇਹਨਾਂ ਦਾ ਆਪਾਂ ਅੰਦਰੂਨੀ ਆ, ਪਰ ਕੈਪਟਨ ਤੋਂ ਖਤਰਾ ਬਣਿਆ ਹੋਇਆ। ਇਸ ਗੱਲ ਨੂੰ ਮੰਨਣ ਦੇ ਵਿੱਚ ਕਹਿ ਲਓ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ, ਕਿ ਦੋਨਾਂ ਪਾਰਟੀਆਂ ਨੂੰ, ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਹੈ, ਇਹਨਾਂ ਦੋਨਾਂ ਪਾਰਟੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਕਾਇਦਾ ਤੌਰ ਤੇ ਖਤਰਾ ਬਣਿਆ। ਹੁਣ ਜੇਕਰ ਆਪਾਂ ਪਰਮਿੰਦਰ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨਾ ਤੁਲਨਾ ਕਰੀਏ ਬੀਜੇਪੀ ਦੀ, ਇੱਕ ਤਾਂ ਜੋ ਆਪਾਂ ਪਹਿਲੀ ਖਬਰ ਲਵਾਂਗੇ ਕਿ ਬਿਕਰਮ ਸਿੰਘ ਮਜੀਠੀਆ ਤੇ FIR ਦਰਜ ਹੋ ਗਈ ਹਰਪ੍ਰੀਤ ਸਿੱਧੂ ਦੀ SIT ਦੇ ਆਧਾਰ ਦੇ ਉੱਤੇ। ਮੋਹਾਲੀ ਕ੍ਰਾਈਮ ਸਟੇਟ ਪੁਲਿਸ ਨੇ ਉਹ ਦਰਜ ਕਰ ਲਈ FIR। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਦੇ ਵਿੱਚ ਹੁਣ ਵਾਧਾ ਦਿਖਾਈ ਦੇ ਰਿਹਾ, ਤੇ ਦੂਜਾ ਅਕਾਲੀ ਦਲ ਦੇ ਵਿੱਚੋਂ ਲੀਡਰ ਪੱਟ ਕੇ ਬੀਜੇਪੀ ਨੇ ਲੈ ਜਾਣੇ। ਹਾਲਾਂਕਿ ਪਹਿਲਾਂ ਵੀ ਇਹ ਗੱਲਾਂ ਸੀ ਕਿ ਕਾਂਗਰਸ ਤੇ ਅਕਾਲੀ ਦਲ ਦੇ ਕਈ ਲੀਡਰ ਬੀਜੇਪੀ ਦੇ ਸਰਕਲ ਦੇ ਵਿੱਚ ਸੰਪਰਕ ਦੇ ਵਿੱਚ ਹੈਗੇ ਨੇ। ਮਨਜਿੰਦਰ ਸਿੰਘ ਸਿਰਸਾ ਵੀ ਚਲੇ ਗਏ। ਹੋਰ ਵੀ ਦੱਸਿਆ ਜਾ ਰਿਹਾ ਕਿ ਕਈ ਲੀਡਰ ਨਾਲ ਉਹ ਰਾਬਤਾ ਬੀਜੇਪੀ ਬਣਾ ਸਕਦੀ ਹੈ। ਦੇਖੋ ਬੀਜੇਪੀ ਦਾ ਰਾਬਤਾ ਬਣਾਏਗੀ, ਬੀਜੇਪੀ ਕੋਲ ਦੂਜਾ ਕੰਮ ਕੋਈ ਨਹੀਂ ਹੈ ਸੱਤਾ ਹਥਿਆਉਣ ਤੋਂ। ਠੀਕ ਹੈ, ਉਹ ਜਿਵੇਂ ਉਹਨਾਂ ਨੇ ਕਾਂਗਰਸ ਪੂਰੇ ਦੇਸ਼ ਦੇ ਵਿੱਚ ਫੇਲ ਕੀਤੀ ਹੈ ਨਾ, ਉਵੇਂ ਉਹਨਾਂ ਨੇ ਇੱਧਰਲੇ ਪਾਸੇ ਹੁਣ ਜਿਹੜਾ ਪੰਜਾਬ ਵਰਗੇ ਜਿਹੜੇ ਹੈਗੇ ਸੀ ਇਹਨਾਂ ਸਟੇਟਾਂ ਦੇ ਉੱਤੇ ਵੀ ਕਬਜ਼ਾ ਕਰਨ ਦੇ ਵਾਸਤੇ ਤਿਆਰੀ ਕਸ ਲਈ ਹੈ। ਹੁਣ ਜਿਹੜੀਆਂ 5 ਸੂਬਿਆਂ ਦੀ ਚੋਣ ਆ ਰਹੀਆਂ ਨੇ, ਜਿਹੜੇ ਚੋਣਾਂ ਡਿਲੇ ਕਰਨ ਦਾ ਕੰਮ ਹੈ ਉਹ ਇਸੇ ਦੇ ਤਹਿਤ ਹੋ ਰਿਹਾ ਹੈ ਕਿ ਇਹਨਾਂ ਨੂੰ ਥਾਂ ਮਿਲ ਜੇ ਕਿ ਅਸੀਂ ਹੁਣ ਆਪਣਾ ਪੂਰਾ ਦਬਦਬਾ ਬਣਾ ਕੇ ਇਹਨਾਂ ਸਟੇਟਾਂ ਦੇ ਉੱਤੇ ਸੱਤਾ ਕਰੀਏ ਬੈਠ ਕੇ। ਕੱਲ੍ਹ ਨੂੰ ਇੱਥੋਂ ਜੇ ਮੂਵਮੈਂਟਾਂ ਉੱਠਦੀਆਂ ਨੇ ਕੋਈ, ਉਹਨਾਂ ਨੂੰ ਦੱਬਿਆ ਜਾਵੇ, ਉਹਨਾਂ ਨੂੰ ਕਿਵੇਂ ਟੈਕਲ ਕਰਨਾ, ਕਿਵੇਂ ਹੈਂਡਲ ਕਰਨਾ, ਉਸ ਮਸ਼ੀਨਰੀ ਨੂੰ ਆਪਣੇ ਹੱਥ 'ਚ ਲੈ ਜਾਵੇ ਤਾਂ ਕਿ ਜਿਹੜੇ ਆਫੀਸਰ ਨੇ ਉਹ ਕਾਬੂ ਕਰਨ ਇਹਨਾਂ ਨੂੰ, ਭੀੜਾਂ ਨੂੰ, ਜਿਹੜੀਆਂ ਬਗਾਵਤਾਂ ਉੱਠਦੀਆਂ ਨੇ ਉਹਨਾਂ ਨੂੰ ਦਬਾ। ਤੁਸੀਂ ਆਹ ਵੀ ਦੇਖੋ ਕਿ ਜਿਹੜੇ ਸੂਬਿਆਂ ਦੇ ਵਿੱਚ ਸਰਕਾਰ ਹੋਊਗੀ ਉਹ ਚੁੱਪ ਚਪੀਤੇ ਕਾਨੂੰਨ ਥੋੜਾ ਢਾਲ ਕੇ ਲਾਗੂ ਵੀ ਕਰਾ ਸਕਦੇ ਆ, ਭਾਵੇਂ ਖੇਤੀ ਕਾਨੂੰਨ ਹੋਣ ਜਾਂ ਕੋਈ ਹੋਰ ਕਾਨੂੰਨ। ਜਿਹੜੇ ਵਿਧਾਨ ਸਭਾ ਦੇ ਵਿੱਚ ਮਤੇ ਪੈਂਦੇ ਨੇ ਉਹਨਾਂ ਨੂੰ ਰੁਕਿਆ ਜਾਊਗਾ। ਬਿਲਕੁਲ, ਉਹ ਰੁਕ ਜਾਣਗੇ। ਉਹ ਕਹਿਣਗੇ ਪੱਖ 'ਚ ਅਸੀਂ ਸਰਕਾਰਾਂ ਉਹਨਾਂ ਦੀਆਂ ਨੇ। ਤੇ ਇਸ ਕਰਕੇ ਆਹ ਚੀਜ਼ਾਂ ਇਹ ਲਗਾਤਾਰ ਦਬਾਅ ਬਣਾ ਕੇ ਇਹ ਸੱਤਾ ਹਥਿਆਉਣ ਦਾ ਇੱਕ ਢੰਗ ਹੈ, ਉਹ ਬੀਜੇਪੀ ਹਥਿਆ ਰਹੀ ਹੈ। ਦੂਜਾ ਬਿਕਰਮ ਮਜੀਠੀਆ ਦੇ ਉੱਤੇ ਪਰਚਾ ਜਿਹੜੇ ਕਿ ਤੁਸੀਂ ਕਹਿ ਰਹੇ ਹੋ ਰਿਹਾ, ਉਹ ਤਾਂ ਪਹਿਲਾਂ ਵੀ ਕਹਿੰਦੇ ਅਕਾਲੀ ਦਲ ਕਹਿੰਦਾ ਸੀ ਸਾਨੂੰ ਖਦਸ਼ਾ ਸੀਗਾ ਕਰਨਾ ਚਾਹੀਦਾ, ਕਰਨਗੇ ਇਹ, ਉਹ ਝੂਠਾ ਹੈਗਾ ਤੇ ਝੂਠ ਦੇ ਬਦਲਾ ਲਓ ਨੀਤੀ ਨਾਲ ਜਿਹੜਾ ਸਾਨੂੰ ਬਦਨਾਮ ਕਰਨ ਦੀ ਨੀਤੀ ਨਾਲ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਹੈ। ਗੱਲ ਤਾਂ ਕਾਂਗਰਸ ਕੋਲ ਸਵਾਲ ਵੀ ਉੱਠਦੇ ਹੀ ਨੇ ਇਸ ਕਾਂਗਰਸ ਵੱਲ ਕਿ ਜੇ ਤੁਹਾਡੇ ਕੋਲ ਐਡੇ ਵੱਡੇ ਸਬੂਤ ਨੇ ਪਰ ਤੁਹਾਡੇ ਅਧਿਕਾਰੀ ਕਿਉਂ ਭੱਜਦੇ ਸੀ, ਕਿਉਂ ਭੱਜਦੇ ਰਹੇ ਉਹ? ਤੁਸੀਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰਵਾ ਸਕੇ? ਹਫ਼ਤਾ ਰਹਿ ਗਿਆ, 10 ਦਿਨ ਰਹਿ ਗਏ ਜਿਹੜੇ ਕੋਡ ਆਫ ਕੰਡਕਟ ਲੱਗ ਸਕਦਾ ਹੈ। ਠੀਕ ਹੈ, ਹੁਣ ਜਾ ਕੇ ਤੁਸੀਂ ਦੇ ਕੇ ਪਰਚਾ ਜੇ 2-4 ਦਿਨ ਅੰਦਰ ਲਾ ਵੀ ਆਓ ਬਿਕਰਮ ਮਜੀਠੀਆ, ਫਿਰ ਕਿਹੜਾ ਇਨਸਾਫ ਮਿਲ ਜਾਣੇ ਆ? ਨਸ਼ਾ ਦਾ ਤੁਸੀਂ ਦੇਖੋ ਅੰਕੜੇ ਕਢਾ ਕੇ ਨਸ਼ਾ ਘਟਿਆ ਕਿੱਥੇ ਹੈ? ਸਰਕਾਰ ਤਾਂ ਕਾਂਗਰਸ ਦੀ ਰਹੀ ਆ ਜਿਹੜੇ 70-90 ਦਿਨ ਦਾ ਤੁਹਾਡਾ ਰਾਜ ਹੈ ਇਹਦੇ 'ਚ ਦੇਖ ਲਓ। ਬਿਲਕੁਲ, ਇਹਦੇ ਵਿੱਚ ਕਿਹੜੀ ਨੱਥ ਪਾ ਲਈ ਤੁਸੀਂ? ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮਤਲਬ ਇਹ ਕਹਿ ਲਓ ਕਿ ਇੱਕ ਕਾਂਗਰਸ ਦੇ ਅੱਗੇ ਸਵਾਲ ਖੜਾ ਕਰਦੀਆਂ ਨੇ ਕਿ ਕੀ ਸਿਰਫ ਆਪਸੀ ਰੰਜਿਸ਼ ਕੱਢਣ ਵਾਸਤੇ ਤੁਸੀਂ ਟੀਮ ਬਦਲੀ ਹੈ ਕਿ ਲੋਕਾਂ ਦੇ ਭਲੇ ਲਈ ਬਦਲੀ ਸੀਗੀ? ਆਪਣੇ ਲੋਕਾਂ ਦਾ ਭਲਾ ਇਹ ਦੇਖੋ ਨਾ ਕਿ ਨਵਜੋਤ ਸਿੱਧੂ ਦਾ 36 ਦਾ ਅੰਕੜਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤੇ CM ਚੰਨੀ ਹੋਰਾਂ ਦੇ ਲੋਟ ਲੱਗ ਗਈ, ਬਾਕੀ ਸਾਰੇ ਪਿੱਛੇ ਹਟ ਗਏ, ਪਰ ਲੋਕਾਂ ਦੀ ਗੱਲ ਤਾਂ ਇਹਦੇ ਚੱਲੀ ਨਹੀਂ ਨਾ ਵਿੱਚ। ਨਵਜੋਤ ਸਿੰਘ ਸਿੱਧੂ ਦੀ ਗੱਲ ਜੇ ਕਰ ਰਹੇ ਹੋ ਤੁਸੀਂ, ਆਮ ਆਦਮੀ ਪਾਰਟੀ ਹੁਣ ਖੁੱਲੇ ਲਲਕਾਰੇ ਮਾਰਨ ਲੱਗੇ। ਨਵਜੋਤ ਸਿੰਘ ਸਿੱਧੂ ਕਹਿੰਦੇ ਭੱਜ ਗਿਆ,
ਉਤੋਂ ਬਹਿਸ ਤੋਂ ਡਿਬੇਟ ਤੋਂ। ਹਾਂ, ਸਕਾਰਾਤਮਕ ਮੁੱਦਿਆਂ ਦੇ ਉੱਤੇ ਗੱਲ ਕਰਨ ਵਾਸਤੇ ਕਹਿੰਦੇ ਨਵਜੋਤ ਸਿੰਘ ਸਿੱਧੂ ਲੰਘ ਗਿਆ, ਆਏ ਨਹੀਂ। ਇਦਾਂ ਹੀ ਪ੍ਰਗਟ ਸਿੰਘ ਦਾ ਨਾਂ ਵੀ ਲੈਂਦੇ ਨੇ ਕਿ ਦੋਨਾਂ ਨੂੰ ਗੱਲ ਕਰਨੀ ਚਾਹੀ ਤੇ ਦੋਨੋਂ ਭੱਜ ਗਏ। ਉਹਦਾ ਜਵਾਬ ਦੇਣ ਕਿਉਂ ਨਹੀਂ ਆ ਰਹੇ? ਨਵਜੋਤ ਸਿੱਧੂ ਕਹਿੰਦਾ ਕਿ ਮੈਂ ਅਰਵਿੰਦ ਕੇਜਰੀਵਾਲ ਨਾਲ ਬਹਿਸ ਕਰਨੀ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਭਗਵੰਤ ਮਾਨ ਨਾਲ ਬਹਿਸ ਕਰੋ। ਮੁੱਦਿਆਂ ਦੇ ਉੱਤੇ ਗੱਲ ਤਾਂ ਕਿਸੇ ਨਾਲ ਵੀ ਕਰ ਲਓ, ਪਰ ਜੇ ਤੁਹਾਡੇ ਕੋਲ ਕੋਈ ਗੱਲ ਹੈਗੀ ਹੈ, ਕੋਈ ਵੀ ਬੰਦਾ ਆ ਜਾਵੇ। ਪਰ ਦੇਖੋ, ਨਵਜੋਤ ਸਿੰਘ ਸਿੱਧੂ ਵੀ ਪਾਰਟੀ ਪ੍ਰਧਾਨ ਨੇ ਤੇ ਭਗਵੰਤ ਮਾਨ ਵੀ ਪਾਰਟੀ ਪ੍ਰਧਾਨ ਨੇ। ਨਹੀਂ, ਲੈਵਲ ਦੀ ਗੱਲ ਹੀ ਨਹੀਂ ਕੋਈ। ਜੇ ਤੁਹਾਡੇ ਕੋਲ ਕੁਝ ਹੈਗਾ ਤੁਸੀਂ ਕੋ ਆ ਜਾਓ, ਜਿਹੜੇ ਮਰਜ਼ੀ ਆ ਜਾਓ, ਕੱਲਾ ਕੱਲਾ ਆ ਜਾਓ, ਸਾਰੇ ਬਹਿ ਜਾਓ ਮੇਰੇ ਨਾਲ। ਜੇ ਨਵਜੋਤ ਸਿੰਘ ਸਿੱਧੂ ਕੋਲ ਕੁਛ ਹੈ, ਲਲਕਾਰਾ ਜੇ ਮਾਰਿਆ ਤਾਂ ਖੜ ਜਾਣ ਫਿਰ ਮੈਦਾਨ 'ਚ। ਤੇ ਤਾਂ ਲੋਕਾਂ ਦੀ ਗੱਲ ਹੈ, ਲੋਕਾਂ ਨੂੰ ਪਤਾ ਲੱਗੇ ਵੀ ਕੌਣ ਗਲਤ ਹੈ ਕੌਣ ਠੀਕ ਹੈ। ਜੇ ਕੇਜਰੀਵਾਲ ਇੱਥੇ ਦਿੱਲੀ ਤੋਂ ਆ ਕੇ ਇੱਥੇ ਬਿਆਨਬਾਜ਼ੀ ਕਰਕੇ ਆਪਣੀ ਝੂਠੀ ਲੋਕਾਂ ਨੂੰ ਭਰਮਾ ਸਕਦੇ ਨੇ, ਤਾਂ ਤੁਸੀਂ ਭਰਮ ਕੱਢੋ ਲੋਕਾਂ ਦਾ। ਤੁਸੀਂ ਕਹੋ ਤੂੰ ਪਹਿਲਾਂ ਭਗਵੰਤ ਮਾਨ ਆ ਜਾਵੇ ਫਿਰ ਕੇਜਰੀਵਾਲ ਆ ਜਾਵੇ, ਮੈਂ ਤਿਆਰ ਹਾਂ, ਗੱਲ ਕਰੋ ਉੱਦਾਂ ਜੀ। ਤੇ ਇਹ ਚੀਜ਼ ਨਹੀਂ ਹੋ ਰਹੀ। ਇਹ ਲੋਕਾਂ ਦੇ ਭਲੇ ਲਈ ਨਹੀਂ ਕਰ ਰਹੇ ਕੰਮ, ਸਿਰਫ ਕੁਰਸੀ ਲਈ ਹੋ ਰਿਹਾ ਹੈ। ਕੁਰਸੀ ਲਈ ਹੋ ਰਿਹਾ ਜੀ, ਬਿਲਕੁਲ। ਪਰਮਿੰਦਰ ਜੀ, ਬੀਜੇਪੀ ਦੇ ਖਿਲਾਫ ਅੰਦੋਲਨ ਵੀ ਬੜਾ ਲੰਮਾ ਚੱਲਿਆ। ਕਿਸਾਨ ਯੂਨੀਅਨ ਹਨਾ 1 ਸਾਲ ਦਾ ਲੰਮਾ ਅਰਸਾ ਹੁੰਦਾ ਖਿਲਾਫ ਲੜਾਈ ਲੜੀ। ਇਹ ਗੱਲ ਬਲਵੀਰ ਸਿੰਘ ਰਾਜੇਵਾਲ ਪਹਿਲਾਂ ਵੀ ਕਹਿੰਦੇ ਸੀ ਕਿ ਸਾਡੀ ਲੜਾਈ ਖੇਤੀ ਕਾਨੂੰਨਾਂ ਤੱਕ ਹੈ। ਜਦੋਂ ਖੇਤੀ ਕਾਨੂੰਨ ਖਤਮ ਹੋ ਗਏ, ਲੜਾਈ ਦਾ ਕਾਰਨ ਖਤਮ ਹੋ ਗਿਆ, ਤਾਂ ਸਾਡਾ ਕਿਸੇ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ। ਹੁਣ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੇ ਉਹ ਬੋਲੇ ਨੇ ਬਲਵੀਰ ਸਿੰਘ ਰਾਜੇਵਾਲ। ਤੇ ਇੱਕ ਖਬਰ ਜਿਹੜੀ ਆਪਾਂ ਨੇ ਦੂਜੀ ਲੈਣੀ ਹੈ, ਡੇਰਾ ਸੱਚਾ ਸੌਦਾ, ਉਹਨਾਂ ਨੇ ਜੋ ਪਟੀਸ਼ਨ ਪਾਈ ਸੀ ਉਹ ਉਹਨਾਂ ਦੀ ਮਨਜ਼ੂਰ ਹੋ ਗਈ ਕਿ ਉਸ ਨੂੰ ਵੀ ਆਪਾਂ ਚੋਣਾਂ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ। ਦੇਖੋ, ਜੇ ਰਾਜੇਵਾਲ ਦੀ ਗੱਲ ਕਰਦੇ ਤਾਂ ਰਾਜੇਵਾਲ ਦਾ ਜਿਹੜਾ ਬਿਆਨ ਹੈਗਾ ਉਹ ਸੱਤਾ ਤੋਂ ਥੋੜਾ ਜਿਹਾ ਮੈਂ ਕਹਿੰਦਾ ਹਟ ਕੇ ਤਾਂ ਹੈਗਾ, ਪਰ ਫਾਇਦਾ ਬਹੁਤ ਦੇ ਦਿੰਦਾ। ਇਸ ਤਰ੍ਹਾਂ ਦਾ ਬਿਆਨ ਜਿਹੜਾ ਹੁੰਦਾ ਉਹ ਨਾ ਲੱਗਦਾ ਤਾਂ ਹੈ ਨਹੀਂ ਕਿ ਇਹ ਰਾਜਨੀਤਿਕ ਸਫਾ ਦੇ ਵਿੱਚ ਕੋਈ ਮਾਇਨੇ ਰੱਖਦਾ ਹੈ, ਕਿਉਂਕਿ ਅੰਦੋਲਨ ਠੀਕ ਹੈ, ਕਾਨੂੰਨ ਰੱਦ ਹੋਣ ਤੱਕ ਦਾ ਸੀਗਾ, ਠੀਕ ਹੈ, ਉਹ ਤੋਂ ਬਾਅਦ ਵਿਰੋਧ ਖਤਮ ਹੈ, ਸਾਨੂੰ ਕੀ ਲੈਣਾ। ਗੱਲ ਇਹ ਨਹੀਂ, ਗੱਲ ਇਹ ਹੈ ਕਿ ਫਾਇਦਾ ਕਿਵੇਂ ਦਿੰਦਾ ਹੈ। ਸਾਰੇ ਥੋੜੀ ਕੀ ਬਹੁਤੀ ਸਿਆਸਤ ਤਾਂ ਹੁੰਦੀ ਹੋਈ ਆ ਹਰ ਇੱਕ ਬੰਦੇ 'ਚ, ਐਵੇਂ ਨਹੀਂ ਲੀਡਰ ਬਣਿਆ ਜਾਂਦਾ। ਇਹ ਗੱਲਾਂ ਨੇ ਕਿਤੇ ਨਾ ਕਿਤੇ ਜਾ ਕੇ ਫਾਇਦਾ ਦੇਣ ਦੀ ਵੀ ਗੱਲ ਹੁੰਦੀ ਹੈ ਕਿ ਬਿਆਨਾਂ ਦੇ ਵਿੱਚੋਂ ਹੀ ਬਥੇਰਾ ਕੁਝ ਨਿਕਲ ਜਾਂਦਾ ਹੈ। ਜਦੋਂ ਬੋਲਦਾ ਨਾ ਬੰਦਾ, ਉਹਦੇ ਬੋਲਾਂ ਦੇ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਹੈ। ਸੋ ਅੱਜ ਜੇ ਆਪਾਂ ਕਹਿ ਦਈਏ ਕਿ ਅੱਜ ਬੀਜੇਪੀ ਦਾ ਪਿਆਰ ਵੀ ਜਾਗ ਰਿਹਾ ਰਾਜੇਵਾਲ ਨੂੰ, ਕਹਿੰਦੇ ਵੀ ਵਿਰੋਧ ਸਾਨੂੰ, ਗੱਲ ਜੇ ਦੂਜੇ ਤਰੀਕੇ ਨਾਲ ਦੇਖੀਏ ਤਾਂ ਗੱਲ ਉਹਨਾਂ ਦੀ ਠੀਕ ਹੈ ਕਿ ਅਸੀਂ ਤਾਂ ਕਾਨੂੰਨ ਰੱਦ ਕਰਾਉਣ ਗਏ ਸੀ, ਵਿਰੋਧ ਸਾਡਾ ਕਾਨੂੰਨਾਂ ਤੱਕ ਸੀਗਾ ਵੀ ਕਾਨੂੰਨ ਲਾਗੂ ਕੀਤੇ ਬੀਜੇਪੀ ਨੇ, ਇਸ ਕਰਕੇ ਅਸੀਂ ਵਿਰੋਧ ਕਰਦੇ ਸੀਗੇ। ਹੁਣ ਕਾਨੂੰਨ ਰੱਦ ਕਰਤੇ ਬੀਜੇਪੀ ਨੇ ਤਾਂ ਸਾਡਾ ਵਿਰੋਧ ਖਤਮ ਹੈ। ਗੱਲ ਉਹਨਾਂ ਦੀ ਇੱਥੇ ਤੱਕ ਤਾਂ ਜਾਇਜ਼ ਹੈ, ਪਰ ਇਸ ਨਾਲ ਫਾਇਦਾ ਕੀ ਹੋਣਾ ਤੇ ਕਿਵੇਂ ਹੋਣਾ ਉਹ ਤੁਹਾਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਦਿਖ ਜਾਣਾ ਕਿ ਕਿਵੇਂ ਫਾਇਦਾ, ਇਹ ਬਿਆਨਾਂ ਤੋਂ ਕਿਵੇਂ ਫਾਇਦਾ ਹੁੰਦਾ ਹੈ ਦੂਜੀਆਂ ਪਾਰਟੀਆਂ ਨੂੰ ਜੀ। ਤੇ ਉਹ ਜਿਹੜੀਆਂ ਹੁਣ ਮੈਦਾਨ ਦੇ ਵਿੱਚ ਨਿਧੜਕ ਹੋ ਕੇ ਕੈਂਡੀਡੇਟ ਉਤਾਰਨਗੇ ਜਾਂ ਪਿੰਡਾਂ ਦੇ ਵਿੱਚ ਜਾ ਕੇ ਵੜਨਗੇ, ਉਹ ਇਹਨਾਂ ਬਿਆਨਾਂ ਦੇ ਸਹਾਰੇ ਹੀ ਵੜਨਗੇ। ਇਹਨਾਂ ਦੇ ਬਿਆਨਾਂ ਦੇ ਸਹਾਰੇ ਹੀ ਵੋਟਾਂ ਮਿਲਣਗੀਆਂ। ਇਹੋ ਜਿਹੇ ਬਿਆਨਾਂ ਨਾਲ ਰਾਜਨੀਤਿਕ ਪਾਰਟੀਆਂ ਦਾ ਇਹਨਾਂ ਦੇ ਬਿਆਨਾਂ ਨੂੰ ਇਦਾਂ ਝੋਲੇ 'ਚ ਪਾ ਕੇ ਲੈ ਕੇ ਜਾਂਦੀਆਂ ਨੇ, ਫਿਰ ਵੀ ਆ ਜਾਓ ਆਹ ਦੇਖੋ, ਬਿਲਕੁਲ ਉੱਥੋਂ ਫਾਇਦਾ ਲੈਂਦੇ ਨੇ ਇਹ। ਤੇ ਦੂਜੇ ਪਾਸੇ ਜਿਹੜੀ ਤੁਸੀਂ ਰਾਮ ਰਹੀਮ ਦੀ ਗੱਲ ਕੀਤੀ ਆ, ਜਿਹੜਾ ਬੇਅਦਬੀ ਹੋਈ ਸੀ ਤਾਂ ਕੁਛ ਘੰਟੇ ਪਹਿਲਾਂ ਕਹਿ ਲਓ ਆਪਾਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਜਾਂਦੀ ਹੈ ਸੌਦਾ ਸਾਹਿਬ ਵੱਲੋਂ, ਤੇ ਉਹ ਕਹਿੰਦੇ ਵੀ ਮੇਰੀ ਜਿਹੜੀ ਮੈਨੂੰ ਸਜ਼ਾ ਹੋਈ ਹੈ ਉਮਰ ਕੈਦ ਦੀ, ਉਹ ਉਹਦੇ ਤੇ ਖਿਲਾਫ ਹੁੰਦੀ ਹੈ ਕਿ ਉਹ ਜਾਇਜ਼ ਨਹੀਂ ਹੈਗੀ ਜੀ। ਇੱਕ ਤਾਂ ਉਹ ਵੀ ਪਟੀਸ਼ਨ ਮਨਜ਼ੂਰ ਹੁੰਦੀ ਹੈ, ਦੂਜੀ ਉਹਦੇ ਤੇ ਜੁਰਮਾਨੇ ਤੇ ਵੀ ਰੋਕ ਲੱਗ ਗਈ ਹੈ, ਹਾਈ ਕੋਰਟ ਨੇ ਰੋਕ ਲਾਤੀ ਹੈ। ਜਿਹੜਾ ਤੁਸੀਂ ਕਿਹਾ ਕਿ ਚੋਣਾਂ ਨਾਲ ਦੇਖ ਕੇ ਨਹੀਂ, ਇਹ ਡੇਰੇ ਹੁੰਦੇ ਹੀ ਚੋਣਾਂ ਲਈ ਨੇ, ਵੋਟਾਂ ਲਈ ਤਾਂ ਹੁੰਦੇ ਨੇ। ਹੋਰ ਇਹਨਾਂ ਦਾ ਕੰਮ ਕੀ ਆ? ਜਿਨ੍ਹਾਂ ਨੇ ਧਰਮ ਕਮਾਉਣਾ ਉਹ ਤਾਂ ਬਥੇਰਾ ਕੁਝ ਪਿਆ, ਬਥੇਰੇ ਗ੍ਰੰਥ ਪਏ ਨੇ। ਚਾਹੇ ਉਹ ਹਿੰਦੂ ਧਰਮ ਦੀ ਗੱਲ ਕਰਦਾ ਕੋਈ ਬੰਦਾ, ਚਾਹੇ ਉਹ ਮੁਸਲਿਮ ਦੀ ਗੱਲ ਕਰਦਾ, ਚਾਹੇ ਕੋਈ ਬੋਧੀ ਹੈ, ਜੈਨੀ ਹੈ, ਚਾਹੇ ਕੋਈ ਹੋਰ ਹੈ, ਜਾਂ ਸਿੱਖ ਧਰਮ ਨੇ, ਬਥੇਰਾ ਕੁਝ ਪਿਆ ਪੜ੍ਹਨ ਪੜ੍ਹਾਉਣ ਨੂੰ ਜਾਂ ਗਿਆਨ ਪ੍ਰਾਪਤ ਕਰਨ ਨੂੰ। ਜਿਨ੍ਹਾਂ ਨੇ ਕਰਨਾ ਆਪਣੇ ਆਪਣੇ ਧਰਮ ਨਾਲ ਕਰ ਸਕਦਾ ਅਗਲਾ। ਤੇ ਇਹਨਾਂ ਡੇਰਿਆਂ ਦੀ ਤਾਂ ਲੋੜ ਸਿਰਫ ਪੋਲੀਟੀਸ਼ੀਅਨਾਂ ਨੂੰ ਹੈ। ਤੇ ਉਹ ਜਦੋਂ ਪੋਲੀਟੀਸ਼ੀਅਨਾਂ ਨੇ ਆਪਣਾ ਫਾਇਦਾ ਦੇਖਣਾ ਹੁੰਦਾ, ਚੋਣਾਂ ਆ ਰਹੀਆਂ ਹੁੰਦੀਆਂ ਨੇ। ਹੁਣ ਦੇਖੋ ਤੁਸੀਂ ਕਿਹੜੀ ਪਾਰਟੀ ਹੈ ਜਿਹੜੀ ਇਹਨਾਂ ਡੇਰਿਆਂ ਦੇ ਖਿਲਾਫ ਬੋਲੇ ਜਾਂ ਕੋਈ ਕਾਰਵਾਈ ਕਰਦੇ। ਜੇ ਜ਼ਮੀਨਾਂ ਛਡਾਉਣ ਦੀ ਗੱਲ ਹੋਈ ਸੀ ਨਾ, ਪੰਜਾਬ ਸਰਕਾਰ ਵੀ ਗੱਲ ਕਰਦੀ ਸੀ, ਤਾਂ ਸਭ ਤੋਂ ਵੱਧ ਨਜਾਇਜ਼ ਕਬਜ਼ੇ ਇਹਨਾਂ ਡੇਰਿਆਂ ਦੇ ਹੀ ਨੇ। ਬਿਲਕੁਲ, ਕਿੰਨੀਆਂ ਸੈਂਕੜੇ ਹਜ਼ਾਰਾਂ ਏਕੜ ਜਗ੍ਹਾ ਦੱਬੀਆਂ ਹੋਈਆਂ ਨੇ, ਕਿਤੇ ਖਰੀਦੀਆਂ ਨੇ। ਕੋਈ ਇਹਨਾਂ ਦੇ ਉੱਤੇ ਇਨਕਮ ਟੈਕਸ ਨਹੀਂ, ਕੋਈ ਈਡੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਕੋਈ ਪੁੱਛਣ ਹਿਸਾਬ ਨਹੀਂ ਕਿਤਾਬ ਨਹੀਂ, ਪੈਸਾ ਕਿੱਥੋਂ ਆ ਰਿਹਾ, ਕੀ ਕਰ ਰਿਹਾ, ਬਸ ਧਰਮ ਦੇ ਨਾਂ 'ਤੇ ਦੁਕਾਨਦਾਰੀਆਂ ਬਿਜ਼ਨਸ ਕਰ ਰਹੇ ਨੇ ਵੱਡਾ। ਸੋ ਇਹ ਚੋਣਾਂ ਨਾਲ ਸਿੱਧੇ ਤੌਰ 'ਤੇ ਸੰਬੰਧ ਰੱਖਦੀ ਹੈ ਇਹ ਚੀਜ਼। ਆਉਣ ਵਾਲੀਆਂ ਚੋਣਾਂ ਨੇ ਹਰਿਆਣਾ ਦੇ ਵਿੱਚ ਸਿਰਸਾ ਡੇਰਾ ਹੈਗਾ, ਤੇ ਉੱਥੇ ਪਹਿਲਾਂ ਪੈਰੋਲ 'ਤੇ ਵੀ ਆਇਆ ਬੰਦੇ ਨੂੰ
ਦੇਖਿਆ ਗਿਆ ਕੱਢ ਕੇ ਬਾਹਰ, ਸਿਕਿਉਰਿਟੀ ਫੁੱਲ ਦਿੱਤੀ ਜਾ ਰਹੀ ਕਿਦੋਂ ਹੈ। ਦਾ ਸਮਾਂ ਸੀ। ਤੇ ਪੰਜਾਬ ਦੇ ਵਿੱਚ ਚੋਣਾਂ ਨੇ, ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਹੈ ਤੇ ਕੁਛ ਨਾ ਕੁਛ ਬੀਜੇਪੀ ਸਰਕਾਰ ਜਿਹੜੀ ਹਰਿਆਣੇ ਦੀ ਹੈ ਗੰਢ ਧੁੱਪ ਕਰਕੇ ਹੋ ਸਕਦਾ ਕੁਝ ਦਿਨਾਂ ਦੀ ਪੈਰੋਲ ਦੇ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਵਰਤ ਸਕੇ ਡੇਰੇਦਾਰਾਂ ਨੂੰ, ਇਹਨਾਂ ਨੂੰ। ਦੇਖੋ ਹਰਿਆਣੇ ਦੇ ਵਿੱਚ ਵੀ ਬੀਜੇਪੀ ਪਹਿਲਾਂ ਨਾਲੋਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਹੀ, ਕਿਉਂਕਿ ਪਿੱਛੇ ਮੈਜੋਰਟੀ ਨਹੀਂ ਸੀ ਆਈ। ਹੁਣ ਸੋਚ ਕੇ ਚੱਲ ਰਹੇ ਹਾਂ ਕਿ ਅੱਗੇ ਅਸੀਂ ਹੁਣ ਕਦਮ ਕਿਵੇਂ ਫੁੱਕੀਏ। ਪਰਮਿੰਦਰ ਜੀ ਸ਼ੁਕਰੀਆ ਸ਼ੁਕਰੀਆ ਜੀ, ਧੰਨਵਾਦ। ਦੋਸਤੋ ਸਾਡੇ ਨਾਲ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਗੱਲਬਾਤ ਕੀਤੀ ਕਿ ਬੀਜੇਪੀ ਦਾ ਜੋ ਹਮਲਾਵਰ ਰੁਖ ਹੈ ਪੰਜਾਬ ਦੇ ਵਿੱਚ, ਭਾਵੇਂ ਜੋ ਪੋਲੀਟੀਕਲ ਕਲਾਸ ਹੈ ਉਹਨੂੰ ਆਪਣੇ ਵੱਲ ਖਿੱਚਣ ਦੀ ਗੱਲ ਹੋਵੇ ਜਾਂ ਫਿਰ ਲੋਕਾਂ ਨੂੰ ਭਰਮਾ ਕੇ, ਭਾਵੇਂ ਉਹ ਕਰਜ਼ੇ ਦੀ ਗੱਲ ਹੋਵੇ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੋਵੇ, ਹੋਰ ਰਿਆਇਤਾਂ ਦੇਣ ਦੀ ਗੱਲ ਹੋਵੇ, ਕਿ ਬੀਜੇਪੀ ਨੇ ਜਾਂ ਫਿਰ ਜੋ ਕੇਂਦਰ ਹਕੂਮਤ ਹੈ ਬੀਜੇਪੀ ਦੀ, ਉਹਨਾਂ ਨੇ ਪੂਰਾ ਫੋਕਸ ਕੀਤਾ ਹੋਇਆ ਪੰਜਾਬ ਤੇ। ਜਿਵੇਂ ਪਰਮਿੰਦਰ ਜੀ ਨੇ ਦੱਸਿਆ ਕਿ ਵਿਰੋਧੀਆਂ ਨੂੰ ਕਮਜ਼ੋਰ ਕਿਵੇਂ ਕਰਨਾ, ਕਿੱਥੇ ਸਰਕਾਰ ਹੈ ਕਾਂਗਰਸ ਦੀ, ਖਾਸ ਜੇ ਮੈਜੋਰਟੀ ਦੇ ਵਿੱਚ ਵੱਡੇ ਲੈਵਲ ਸੀ ਉਹ ਪੰਜਾਬ ਦੇ ਵਿੱਚ ਸੀ। ਹੁਣ ਬੀਜੇਪੀ ਦਾ ਵੱਡਾ ਹਮਲਾ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਮਜ਼ੋਰ ਕੀਤਾ ਜਾਵੇ। ਜਦੋਂ 2014 ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਆਉਣ ਦੀ ਪ੍ਰਚਾਰ ਕਰ ਰਹੀ ਸੀ ਤਾਂ ਉਹਨਾਂ ਦਾ ਸਲੋਗਨ ਸੀ ਕਿ ਕਾਂਗਰਸ ਮੁਕਤ ਭਾਰਤ। 10 ਸਾਲ ਹੋ ਜਾਣਗੇ ਅੱਗੇ ਜਾ ਕੇ ਤੇ ਉੱਥੇ ਹੀ ਲੱਗਦਾ ਕਿ ਉਸੇ ਹੀ ਨਾਅਰੇ ਤੇ ਅੱਜ ਫਿਰ ਬੀਜੇਪੀ ਕੰਮ ਕਰ ਰਹੀ ਹੈ ਕਿ ਕਾਂਗਰਸ ਮੁਕਤ ਭਾਰਤ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸੀ ਹਵਾ ਕੀ ਰਹਿਣ ਵਾਲੀ ਹੈ, ਬੀਜੇਪੀ ਦੇ ਹੋਰ ਕੀ ਪੈਂਤੜੇ ਹੋ ਸਕਦੇ ਨੇ, ਜੋ ਸਾਡੇ ਕੋਲ ਜਾਣਕਾਰੀ ਹੋਊਗੀ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।